ਵਾਹਿਗੁਰੂ ਜੀ। ਸਤਨਾਮ ਵਾਹਿਗੁਰੂ ਸਾਹਿਬ ਜੀ। ਕਾਗਦ ਦੀਪ ਸਭੈ ਕਰਕੇ ਅਰ ਸਾਤ ਸਮੁੰਦਰਨ ਕੀ ਮਸ ਕਰੈ ਹੋ। काट बनास्पति सगरी लिखबे हूँ के लेखन काज बनय हो। सार सुती भगता करके जुग कोट गणेश के हाथ लखै हो। काल कृपान बिना बिनती ना तू तुमको प्रभ नै कर जय हो। धर्मान दे ठांडे दरबार तुझ बिन सुरत करे को मेरी। दर्शन दीजै खोल कवार दर्शन देख जीवा गुर तेरा। पूरन कर्म होवै प्रभ मेरा। यह बिनती सुन प्रभ मेरे दे नाम कर अपने चेरे। सुकाओ टल गुर सेविए ਐਨਸ ਸਹਿਜ ਸੁਭਾਏ। ਦਰਸ਼ਨ ਪਰਸਿਐ ਗੁਰੂ ਕੇ ਜਨਮ ਮਰਨ ਦੁਖ ਜਾਏ। ਹੋਵੈ ਸਿਫਤ ਖਸਮਦੀ ਨੂਰ ਅਰਸੋਂ ਕੁਰਸੋਂ ਝਟੀਐ। ਤੁਧ ਡਿਠੇ ਸੱਚੇ ਪਾਤਸ਼ਾਹ ਮਰ ਜਨਮ ਜਨਮ ਦੀ ਕਟੀਐ। ਤੁਧ ਡਿਠੇ ਸੱਚੇ ਪਾਤਸ਼ਾਹ ਮਰ ਜਨਮ ਜਨਮ ਦੀ ਕਟੀਐ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਜੈ ਸ੍ਰੀ ਮਹਲਾ ਪੰਜਵਾ ਘਰ ਦੂਜਾ ਛੰਤ। ਸ਼ਲੋਕ ਨਿਰਤ ਨ ਭਵੇ ਅਸੰਖ ਗੁਣ। ਊਚਾ ਪ੍ਰਭ ਕਾ ਨਾਉ। ਨਾਨਕ ਕੀ ਬੇਨੰਤੀਆਂ ਮਿਲੈ ਨਿਥਾਵੇਂ ਥਾਉ। ਨਿਰਤ ਨ ਭਵੈ ਅਸੰਖ ਗੁਣ। ਊਚਾ ਪ੍ਰਭ ਕਾ ਨਾਉ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਗੁਰਾਂ ਦੀ ਸਾਜੀ ਨਵਾਜੀ ਗੁਰੂ ਕੀ ਸੰਗਤ। ਸਤਿਗੁਰੂ ਜੀ ਅੰਮ੍ਰਿਤ ਵੇਲੇ ਦੀ ਦਾਤ ਬਖਸ਼ਿਸ਼ ਕਰ ਰਹੇ ਨੇ। ਗੁਰਬਾਣੀ ਨਿਤਨੇਮ ਦੇ ਰੂਪ ਦੇ ਵਿੱਚ, ਕੀਰਤਨ ਦੇ ਰੂਪ ਦੇ ਵਿੱਚ ਆਪਾਂ ਸਰਵਣ ਕੀਤੀ ਹੈ। ਇਸ ਵੇਲੇ ਸਤਿਗੁਰੂ ਜੀ ਜੋ ਲੜੀਵਾਰ ਕਥਾ ਸਾਨੂੰ ਬਖਸ਼ਿਸ਼ ਕਰਦੇ। ਆਓ ਕੁਝ ਸਮੇਂ ਲਈ ਆਪਣੇ ਮਨ ਦੇ ਧਿਆਨ ਨੂੰ ਟਿਕਾਈਏ ਭਾਵਨਾ ਦੇ ਨਾਲ। ਜੋ ਸਤਿਗੁਰਾਂ ਦੇ ਅੰਮ੍ਰਿਤ ਬਚਨ ਨੇ ਉਹਨਾਂ ਨੂੰ ਸਰਵਣ ਕਰੀਏ।
ਅਤੇ ਆਪਣੇ ਇਸ ਮਨੁੱਖਾ ਜਨਮ ਦੀਆਂ ਘੜੀਆਂ ਨੂੰ ਸਫਲਾ ਬਣਾਈਏ। ਸਤਿਗੁਰੂ ਮਹਾਰਾਜ ਬਖਸ਼ਿਸ਼ ਕਰਦੇ, ਅੰਮ੍ਰਿਤ ਬਾਣੀ ਹਰ ਹਰ ਤੇਰੀ ਸੁਣ ਸੁਣ ਹੋਵੈ, ਪਰਮ ਗਤ ਮੇਰੀ ਜਲਨ ਬੁਝੀ, ਸੀਤਲ ਹੋਏ ਮਨੁਆ ਸਤਿਗੁਰ ਕਾ ਦਰਸ਼ਨ ਪਾਏ ਜੀਓ। ਐਸੀ ਦਾਤ ਇਹ ਗੁਰਬਾਣੀ ਦੀ ਹੈ। ਮਨ ਦਾ ਧਿਆਨ ਟਿਕਾਈਏ, ਮਿਲ ਕੇ ਆਖੀਏ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਸ਼ਲੋਕ। ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਸਾਹਿਬ ਜੀ ਸ਼ੰਤ ਨਾਮ ਦੀ ਬਾਣੀ ਬਖਸ਼ਿਸ਼ ਕਰਦੇ ਨੇ। ਇਹਦੇ ਵਿੱਚ ਸ਼ਲੋਕ ਮਹਾਰਾਜ ਫਰਮਾਉਂਦੇ ਨੇ। ਅੱਜ ਆਪਾਂ 704 ਅੰਗ ਦੇ ਉੱਪਰ ਇਹ ਜੋ ਸ਼ਬਦ ਹੈ ਇਸ ਨੂੰ ਸਰਵਨ ਕਰਨ ਜਾ ਰਹੇ ਹਾਂ। ਇਹ ਸ਼ਲੋਕ ਗੁਰੂ ਅਰਜਨ ਦੇਵ ਪਾਤਸ਼ਾਹ ਨੇ ਉਚਾਰਿਆ। ਸ਼ਲੋਕ ਤੋਂ ਭਾਵ ਹੈ ਸਵੈ ਲੋਕ ਦੀ ਪ੍ਰਾਪਤੀ ਕਰਵਾਉਣ ਵਾਲਾ, ਜਿਸ ਨੂੰ ਪੜ੍ਹ ਕੇ ਸਵੈ ਲੋਕ ਪ੍ਰਾਪਤ ਹੋ ਜਾਵੇ। ਸਵੈ ਲੋਕ ਉਹ ਲੋਕ ਹੈ ਜਿੱਥੋਂ ਇਹ ਬਾਣੀ ਆਈ ਹੈ। ਇਹ ਬਾਣੀ ਉਸ ਦੇਸ਼ ਦਾ ਵਾਸੀ ਬਣਾ ਦਿੰਦੀ ਹੈ ਜਿਹੜਾ ਇਸ ਸ਼ਲੋਕ ਦੀ ਕਮਾਈ ਕਰਦਾ ਹੈ। ਨਿਰਤ ਨਾ ਪਵੈ ਅਸੰਖ ਗੁਣ। ਸਤਿਗੁਰੂ ਬੇਨਤੀ ਕਰਨ ਦੀ ਜਾਚ ਦੱਸਦੇ, ਕਹਿਣ ਲੱਗੇ ਪਰਮਾਤਮਾ ਤੇਰੇ ਜਿਹੜੇ ਗੁਣ ਨੇ ਉਹ ਅਸੰਖ ਹਨ। ਜੋ ਤੂੰ ਬਖਸ਼ਿਸ਼ਾਂ ਕਰਦਾ ਨਾ, ਰਹਿਮਤਾਂ ਕਰਦਾ, ਮਿਹਰ ਕਰਦਾ, ਜੇ ਉਹਨਾਂ ਮਿਹਰ ਨੂੰ, ਬਖਸ਼ਿਸ਼ ਨੂੰ, ਰਹਿਮਤਾਂ ਨੂੰ ਗਿਣ ਲੱਗੀਏ ਤੇ ਅਸੰਖ ਨੇ। ਅਸੰਖ ਤੋਂ ਭਾਵ ਹੁੰਦਾ ਬੇਗਿਣਤ, ਜਿਨ੍ਹਾਂ ਦੀ ਗਿਣਤੀ ਨਾ ਕੀਤੀ ਜਾ ਸਕੇ। ਐਸੇ ਤੇਰੇ ਜਿਹੜੇ ਨੇ ਉਹ ਗੁਣ ਨੇ ਅਸੰਖ, ਬੇਅੰਤ। ਉਹਨਾਂ ਬੇਅੰਤ ਗੁਣਾਂ ਦਾ ਵਰਣਨ ਨਹੀਂ ਕੀਤਾ ਜਾ ਸਕਦਾ। ਧੰਨ ਗੁਰੂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਲਿਖਿਆ ਬਚਨ, ਕਹਿਣ ਲੱਗੇ ਕਾਗਦ ਦੀਪ ਸਭੈ ਕਰਕੇ। ਇਹ ਜਿੰਨੇ ਦੀਪ ਨੇ 7 ਦੀਪ ਮੰਨੇ ਨੇ। 7 ਦੀਪਾਂ ਨੂੰ ਜੇ ਕਾਗਜ਼ ਬਣਾ ਲਈਏ, ਕਾਗਜ਼ ਦੀ ਜਗ੍ਹਾ ਤੇ ਵਰਤ ਲਈਏ, ਧਰਤੀ ਨੂੰ ਵੀ ਕਾਗਜ਼ ਬਣਾ ਦਈਏ। ਕਾਗਜ਼ ਦੀਪ ਸਭੈ ਕਰਕੇ, ਜਿੰਨੇ ਦੀਪ ਨੇ, ਜਿੰਨੀ ਧਰਤੀ ਹੈ, 9 ਖੰਡ ਪ੍ਰਿਥਵੀ ਫਿਰੈ ਚਿਰ ਜੀਵੈ। ਇੰਨੀ ਵੱਡੀ ਧਰਤੀ ਨੂੰ ਕਾਗਜ਼ ਦੇ ਰੂਪ ਦੇ ਵਿੱਚ ਵਰਤਿਆ, ਇਹਨੂੰ ਕਾਗਜ਼ ਸਮਝ ਲਿਆ। ਅਰ 7 ਸਮੁੰਦਰ ਕੀ ਮਸ ਕਰੈ ਹੋਂ। 7 ਸਮੁੰਦਰਾਂ ਵਿੱਚ ਜਿੰਨਾ ਪਾਣੀ ਹੈ, ਸਾਰੇ ਦਾ ਸਾਰਾ ਪਾਣੀ ਉਹਦੀ ਸਿਆਹੀ ਬਣਾ ਲਈ। ਕਾਹਦੇ ਵਾਸਤੇ? ਮੈਂ ਪਰਮਾਤਮਾ ਦਾ ਜਸ ਲਿਖਣਾ ਹੈ, ਉਹਦੇ ਗੁਣ ਲਿਖਣੇ ਨੇ। ਗੁਣ ਲਿਖਣ ਵਾਸਤੇ ਦੁਨੀਆ ਦੀਆਂ ਕਿਤਾਬਾਂ ਤੇ ਘਟ ਜਾਣਗੀਆਂ, ਕਾਗਜ਼ ਘਟ ਜਾਣਗੇ। ਮੈਂ ਧਰਤੀ ਨੂੰ ਕਾਗਜ਼ ਬਣਾ ਲਵਾਂ। ਉਸ ਧਰਤੀ ਤੇ ਰਾਮ ਦਾ ਨਾਮ, ਰੱਬ ਦੇ ਗੁਣ ਲਿਖਣ ਵਾਸਤੇ 7 ਸਮੁੰਦਰਾਂ ਦੇ ਪਾਣੀ ਨੂੰ ਸਿਆਹੀ ਬਣਾ ਲਵਾਂ। ਕਿਉਂਕਿ ਜੇ ਸਾਰੀ ਧਰਤੀ ਤੇ ਲਿਖਤ ਲਿਖਣੀ ਹੈ ਤੇ ਫਿਰ ਸਿਆਹੀ ਨਹੀਂ ਮੁੱਕਣੀ ਚਾਹੀਦੀ, ਤੇ ਉਹਦੇ ਵਾਸਤੇ 7 ਸਮੁੰਦਰਾਂ ਦਾ ਪਾਣੀ ਵਰਤ ਲਿਆ। ਹੁਣ ਜਦੋਂ ਕਾਗਜ਼ ਵੀ ਲੈ ਲਿਆ, ਸਿਆਹੀ ਵੀ ਲੈ ਲਈ ਹੈ, ਤੇ ਹੁਣ ਕਲਮ ਵੀ ਤੇ ਇਹੋ ਜਿਹੀ ਚਾਹੀਦੀ ਹੈ ਨਾ ਜਿਹੜੀ ਲਿਖਦੀ ਰਵੇ ਪਰ ਮੁੱਕੇ ਨਾ। ਤੇ 10ਵੇਂ ਪਾਤਸ਼ਾਹ ਮਹਾਰਾਜ ਕਹਿਣ ਲੱਗੇ ਕਾਟ ਬਨਸਪਤੀ ਸਗਰੀ। ਜਿੰਨੀਆਂ ਵੀ ਲੱਕੜਾਂ ਨੇ, ਜਿੰਨੇ ਵੀ ਰੁੱਖ ਨੇ, ਜਿੰਨੇ ਵੀ ਜੰਗਲ ਨੇ, ਸਾਰਿਆਂ ਜੰਗਲਾਂ ਦੇ ਰੁੱਖ ਕੱਟ ਕੇ ਉਹਦੀਆਂ ਕਲਮਾਂ ਬਣਾ ਲਈਏ। ਕਿੰਨੀਆਂ ਬਣ ਜਾਣਗੀਆਂ? ਬੇਗਿਣਤ, ਬੇਹਿਸਾਬ ਬਣ ਜਾਣਗੀਆਂ। ਜੰਗਲਾਂ ਦੇ ਰੁੱਖ ਕੱਟ ਕੇ, ਪਹਾੜਾਂ ਦੇ ਰੁੱਖ ਕੱਟ ਕੇ ਉਹਨਾਂ ਦੀਆਂ ਕਲਮਾਂ ਬਣਾਈਆਂ। ਗੁਰਮੁਖੋ ਕਲਮਾਂ ਦਾ ਵੀ ਕੋਈ ਅੰਤ ਨਹੀਂ ਵੀ ਕਿੰਨੀਆਂ ਕੁ ਬਣ ਗਈਆਂ। 7 ਸਮੁੰਦਰਾਂ ਦੇ ਪਾਣੀ ਦੀ ਸਿਆਹੀ ਕਿੰਨੀ ਕੁ ਬਣ ਗਈ ਹੈ, ਕੋਈ ਅੰਤ ਨਹੀਂ ਹੈ। ਧਰਤੀ ਰੂਪੀ ਕਾਗਜ਼ ਕਿੰਨਾ ਕੁ ਵੱਡਾ ਬਣ ਗਿਆ, ਇਹਦਾ ਵੀ ਕੋਈ ਅੰਤ ਨਹੀਂ ਹੈ। ਫਿਰ ਮਹਾਰਾਜ ਜੀ ਨੂੰ ਪੁੱਛਿਆ ਸਤਿਗੁਰੂ ਪਾਤਸ਼ਾਹ ਜੀ ਅੱਗੇ ਕੀ ਕਰਨਾ? ਕਹਿਣ ਲੱਗੇ ਲੇਖਨ ਹੂੰ ਕੇ ਕਾਜ ਬਨੈ ਹੋ। ਇਹ ਸਾਰਾ ਕੁਝ ਲਿਖਣ ਦੀ ਤਿਆਰੀ ਕੀਤੀ ਹੈ ਵੀ ਲਿਖਣਾ ਹੈ। ਕੀ ਲਿਖਣਾ ਹੈ? ਰੱਬ ਦਾ ਗੁਣ। ਤੇ ਫਿਰ ਪੁੱਛਿਆ ਮਹਾਰਾਜ ਏਡਾ ਵੱਡਾ ਲਿਖਾਰੀ ਵੀ ਤੇ ਚਾਹੀਦਾ ਹੈ ਨਾ। ਜੇ ਕੋਈ ਚੀਜ਼ ਲਿਖਣੀ ਹੈ ਤਾਂ ਲਿਖਣ ਵਾਲਾ ਵੀ ਤੇ ਚਾਹੀਦਾ ਨਾ, ਲਿਖਾਰੀ ਵੀ ਤੇ ਚਾਹੀਦਾ ਨਾ, ਕਵੀ ਵੀ ਤੇ ਚਾਹੀਦਾ ਨਾ ਜਿਹੜਾ ਲਿਖੇ।
ਆਮ ਬੰਦੇ ਦੇ ਵੱਸ ਦੀ ਗੱਲ ਨਹੀਂ ਹੈ, ਕਿਉਂਕਿ ਜਿਹੜਾ ਲਿਖਦਾ ਰਹਿੰਦਾ ਲਿਖ ਵੀ ਉਹੀ ਸਕਦਾ ਹੈ। ਅਰਜੀ ਨਵੀਸ਼ ਦੇ ਕੋਲ ਲੋਕ ਜਾਂਦੇ ਨੇ ਅਰਜੀ ਲਿਖਾਉਣ ਵਾਸਤੇ, ਉਹਦਾ ਰੋਜ਼ ਦਾ ਕੰਮ ਹੈ, ਸਾਰੇ ਦਿਨ ਦਾ ਕੰਮ ਹੈ, ਉਹ ਨਹੀਂ ਥੱਕਦਾ, ਪਤਾ ਨਹੀਂ ਕਿੰਨੀਆਂ ਕੋ ਲਿਖ ਦਿੰਦਾ। ਅਸੀਂ ਇੱਕ ਲਿਖਣੀ ਹੋਵੇ ਸਾਨੂੰ ਔਖੀ ਲੱਗਦੀ ਹੈ, ਕਿਉਂਕਿ ਉਹਦਾ ਕੰਮ ਹੈ। ਮਹਾਰਾਜ ਕਾਗਜ਼ ਤੇ ਵੱਡਾ ਚੁੱਕ ਲਿਆ ਹੈ, ਸ਼ਾਹੀ ਤੇ ਬੜੀ ਚੁੱਕ ਲਈ ਹੈ, ਪਰ ਲਿਖਣ ਵਾਲਾ ਲਿਖਾਰੀ ਵੀ ਤੇ ਵੱਡਾ ਹੀ ਚਾਹੀਦਾ। ਤੇ ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਸਾਰ ਸੁਤੀ ਬਖਤਾ ਕਰਕੇ, ਜਿਹੜੀ ਸਰਸਤੀ ਦੇਵੀ ਹੈ ਨਾ ਉਹਨੂੰ ਵਿਦਿਆ ਦੀ ਦੇਵੀ ਮੰਨਿਆ ਹਿੰਦੂ ਮਤ ਨੇ। ਤੇ ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਉਸ ਦੇਵੀ ਨੂੰ ਲਾ ਦਿੱਤਾ ਬਕਣ ਵਾਸਤੇ, ਕਹਿਣ ਵਾਸਤੇ। ਉਹ ਕਵੇਗੀ ਰੱਬ ਦੇ ਗੁਣ, ਰੱਬ ਵਿੱਚ ਆ ਵੀ ਗੁਣ ਹੈ, ਰੱਬ ਵਿੱਚ ਆ ਵੀ ਗੁਣ ਹੈ, ਪਰਮਾਤਮਾ ਵਿੱਚ ਆ ਵੀ ਗੁਣ ਹੈ। ਸਰਸਤੀ ਦੇਵੀ ਕਥਨ ਕਰੇਗੀ ਪਰਮਾਤਮਾ ਦੇ ਗੁਣਾਂ ਨੂੰ, ਜਿਹੜੇ ਜਿਹੜੇ ਉਹ ਗੁਣ ਕਥਨ ਕਰੇਗੀ ਉਹਨੂੰ ਅੱਗੇ ਲਿਖਣ ਵਾਸਤੇ ਫਿਰ ਇੱਕ ਹੋਰ ਦੇਵਤਾ ਬੁਲਾਇਆ ਜਾਵੇਗਾ। ਤੇ ਮਹਾਰਾਜ ਕਹਿਣ ਲੱਗੇ ਕੋਟ ਗਣੇਸ਼ ਕੈ ਹਾਥ ਲਖੈ ਹੋ, ਇੱਕ ਗਣੇਸ਼ ਨਹੀਂ ਕਰੋੜਾਂ ਗਣੇਸ਼ ਆ ਜਾਣਗੇ, ਜਿਹੜੇ ਸ਼ਿਵ ਜੀ ਤੇ ਪਾਰਵਤੀ ਦੇ ਪੁੱਤਰ ਨੇ ਗਣੇਸ਼ ਜੀ। ਇੱਕ ਨਹੀਂ, ਦੋ ਨਹੀਂ, ਚਾਰ ਨਹੀਂ, ਕਰੋੜਾਂ ਹੀ ਲਾ ਦਈਏ ਲਿਖਣ ਵਾਸਤੇ ਵੀ ਚਲੋ ਭਾਈ ਸਾਰੇ ਹੀ ਲਿਖਣ ਲੱਗ ਪਵੋ। ਗੁਰਮੁਖੋ ਧਰਤੀ ਨੂੰ ਕਾਗਜ਼ ਬਣਾ ਲਿਆ, ਸਮੁੰਦਰਾਂ ਨੂੰ ਸ਼ਾਹੀ ਬਣਾ ਲਿਆ, ਲੱਕੜਾਂ ਨੂੰ ਕਲਮਾਂ ਬਣਾ ਲਿਆ, ਲਿਖਣ ਵਾਸਤੇ ਤੇ ਗਣੇਸ਼ ਬਣਾ ਲਿਆ ਲਿਖਾਰੀ ਵੀ ਤੂੰ ਲਿਖਣਾ ਹੈ, ਪਰਮਾਤਮਾ ਦੀ ਸਿਫਤ ਕਹਿਣੀ ਹੈ। ਕਾਲ ਕਿਰਪਾਨ ਬਿਨਾ ਬਿਨਤੀ ਤੋ ਤੁਮ ਕੋ ਪ੍ਰਭ ਨੈ ਕਰ ਜੈ ਹੋ। ਪਰਮਾਤਮਾ ਇੰਨਾ ਕੁਝ ਲਿਖਣ ਤੋਂ ਮਗਰੋਂ, ਇੰਨਾ ਕੁਝ ਕਹਿਣ ਤੋਂ ਮਗਰੋਂ ਤੈਨੂੰ ਖੁਸ਼ ਨਹੀਂ ਕੀਤਾ ਜਾ ਸਕਦਾ, ਕਿਉਂਕਿ ਤੂੰ ਖੁਸ਼ ਤਾਂ ਨਹੀਂ ਹੋਣਾ ਕਿਉਂਕਿ ਸਾਡੇ ਕੋਲੋਂ ਪੂਰਾ ਤੇਰਾ ਵਰਣਨ ਨਹੀਂ ਕੀਤਾ ਜਾਣਾ। ਅਸੀਂ ਤੇਰੇ ਪੂਰੇ ਗੁਣਾਂ ਦਾ ਵਰਣਨ ਕਰ ਹੀ ਨਹੀਂ ਸਕਦੇ। ਇੰਨੀ ਸਿਆਹੀ ਹੋਣ ਦੇ ਮਗਰੋਂ, ਇੰਨੀਆਂ ਕਲਮਾਂ ਹੋਣ ਦੇ ਬਾਵਜੂਦ, ਇੰਨੇ ਲਿਖਾਰੀ ਲਾਉਣ ਤੋਂ ਬਾਅਦ ਵੀ, ਐਡਾ ਵੱਡਾ ਕਾਗਜ਼ ਹੋਣ ਦੇ ਬਾਵਜੂਦ ਵੀ ਤੇਰੀ ਸਿਫਤ ਨੂੰ ਪੂਰਾ ਲਿਖਿਆ ਨਹੀਂ ਜਾ ਸਕਦਾ ਤੇ ਤੇਰੀ ਪ੍ਰਸੰਨਤਾ ਵੀ ਲਈ ਨਹੀਂ ਜਾ ਸਕਦੀ। ਫਿਰ ਕੀ ਕਰਨਾ ਚਾਹੀਦਾ? ਕਹਿਣ ਲੱਗੇ ਉਹਦੇ ਅੱਗੇ ਬੇਨਤੀ ਕਰਨੀ ਚਾਹੀਦੀ ਹੈ, ਤਰਲਾ ਹੀ ਕਰਨਾ ਚਾਹੀਦਾ ਵੀ ਪਰਮਾਤਮਾ ਮੈਂ ਤੇਰੇ ਗੁਣਾਂ ਦਾ ਅੰਤ ਕੋਈ ਨਹੀਂ ਪਾ ਸਕਦਾ, ਤੂੰ ਬੇਅੰਤ ਗੁਣਾਂ ਦਾ ਮਾਲਕ ਹੈ, ਤੇ ਕਿਰਪਾ ਕਰ ਮੈਨੂੰ ਬੇਨਤੀ ਕਰਨ ਦੀ ਜਾਚ ਦੱਸ ਦੇ, ਤਰਲਾ ਕਰਨ ਦੀ ਜਾਚ ਦੇ ਕਿ ਮੈਂ ਤੇਰੇ ਅੱਗੇ ਤਰਲਾ ਕਰ ਸਕਾਂ। ਜੇ ਮੈਂ ਅੰਤ ਪਾਉਣ ਵਾਸਤੇ ਚੱਲ ਪਿਆ ਤੇਰਾ ਅੰਤ ਨਹੀਂ ਪਾਇਆ ਜਾਣਾ, ਤੈਨੂੰ ਖੁਸ਼ ਨਹੀਂ ਕਰ ਸਕਦਾ। ਨਿਰਤ ਨ ਪਵੈ ਅਸੰਖ ਗੁਣ, ਪਰਮਾਤਮਾ ਤੇਰੇ ਵਿੱਚ ਬੇਅੰਤ ਗੁਣ ਨੇ ਜਿਹੜੇ ਲਿਖਿਆ ਨਹੀਂ ਅੰਤ ਪਾਏ ਜਾਣਗੇ, ਸੁਣਿਆ ਅੰਤ ਨਹੀਂ ਪਾਏ ਜਾਣਗੇ। ਨਿਰਤ ਨਾ ਪਵੈ, ਪਰ ਮੈਂ ਨਿਰਣਾ ਨਹੀਂ ਕਰ ਪਾ ਰਿਹਾ ਵੀ ਤੇਰੇ ਕਿਹੜੇ ਪਹਿਲਾਂ ਗੁਣ ਦਾ ਵਰਣਨ ਕਰਾਂ। ਇੱਕ ਗੁਣ ਦਾ ਵਰਣਨ ਕਰਦਾ ਫਿਰ ਦੂਜਾ ਗੁਣ ਚੇਤੇ ਆ ਜਾਂਦਾ, ਆਖਦਾ ਵੀ ਆਹ ਪਹਿਲਾਂ ਵਰਣਨ ਕਰ ਲਵਾਂ ਫਿਰ ਤੀਜਾ ਗੁਣ ਚੇਤੇ ਆ ਜਾਂਦਾ। ਨਿਰਤ ਨਾ ਪਵੈ, ਮੈਂ ਨਿਰਣਾ ਨਹੀਂ ਕਰ ਪਾ ਰਿਹਾ ਕਿਹੜਾ ਗੁਣ ਪਹਿਲਾਂ ਕਵਾਂ ਤੇ ਕਿਹੜਾ ਬਾਅਦ ਵਿੱਚ ਕਵਾਂ, ਕਿਹੜਾ ਤੇਰਾ ਪਾਰੋਪਕਾਰ ਮੇਰੇ 'ਤੇ ਵੱਡਾ ਹੈ ਤੇ ਕਿਹੜਾ ਉਸ ਤੋਂ ਵੱਡਾ ਹੈ। ਨਹੀਂ, ਤੇਰੇ ਪਾਰੋਪਕਾਰਾਂ ਦਾ ਵਰਣਨ ਕੀਤਾ ਹੀ ਨਹੀਂ ਜਾ ਸਕਦਾ, ਐਸਾ ਤੂੰ ਵੱਡਾ ਬੇਅੰਤ ਹੈ। ਤੇ ਗੁਰਮੁਖੋ ਆਪਾਂ ਬਾਣੀ ਤੇ ਚਲੋ ਨਿਤਨੇਮ ਕਰਦੇ ਹੀ ਹਾਂ, ਆਪਾਂ ਗੁਰੂ ਨਾਨਕ ਸਾਹਿਬ ਪਾਤਸ਼ਾਹ ਦੀ ਬਾਣੀ ਜਪਜੀ ਸਾਹਿਬ ਦੀ ਗੱਲ ਕਰੀਏ। ਜਪਜੀ ਸਾਹਿਬ ਗੁਰਬਾਣੀ ਦਾ ਬੜੇ ਵਿਦਵਾਨਾਂ ਨੇ ਟੀਕੇ ਕੀਤੇ, ਆਪਣੇ ਵੱਲੋਂ ਅਰਥ ਕੀਤੇ, ਤੇ ਉਹ ਟੀਕੇ ਪੜ੍ਹ ਕੇ ਵੇਖ ਲਓ, ਇੱਕ ਦਾ ਅਰਥ ਦੂਜੇ ਨਾਲ ਮਿਲਦਾ ਹੀ ਨਹੀਂ। ਪਤਾ ਨਹੀਂ ਕਿੰਨੇ ਕੁ ਅਰਥ ਨੇ ਗੁਰਬਾਣੀ ਦੇ, ਹਰੇਕ ਦਾ ਅਰਥ ਸਹੀ ਢੁਕਦਾ ਪਿਆ, ਪਰ ਫਿਰ ਵੀ ਇੱਕ ਦੂਜੇ ਦੇ ਨਾਲ ਮੇਲ ਨਹੀਂ ਖਾਂਦਾ। ਕਿਸੇ ਨੇ ਕੋਈ ਅਰਥ, ਕਿਸੇ ਨੇ ਕੋਈ ਅਰਥ ਕਰ ਛੱਡਿਆ। ਪਰਮਾਤਮਾ ਤੇਰੀ ਤੇ ਉਚਾਰਨ ਕੀਤੀ ਹੋਈ ਬਾਣੀ ਦਾ ਅਸੀਂ ਅੰਤ ਨਹੀਂ ਪਾ ਸਕੇ, ਉਹ ਵੀ ਤੂੰ ਬੇਅੰਤ ਅਰਥ ਬਖਸ਼ਿਸ਼ ਕੀਤੇ ਨੇ, ਤੇਰਾ ਕਿਸੇ ਨੇ ਕੀ ਅੰਤ ਪਾ ਲੈਣਾ ਹੈ। ਅਗਮ ਅਗੋਚਰਾ ਤੇਰਾ ਅੰਤ ਨਾ ਪਾਇਆ, ਅੰਤੋਂ ਨਾ ਪਾਇਆ ਕਿਨੇ ਤੇਰਾ ਆਪਣਾ ਆਪ, ਐਸਾ ਵੱਡਾ ਤੂੰ ਬੇਅੰਤ ਹੈ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਤੇਰੇ ਗੁਣਾਂ ਦਾ ਅੰਤ ਕੋਈ ਨਹੀਂ, ਮੈਂ ਨਿਰਣਾ ਨਹੀਂ ਕਰ ਪਾ ਰਿਹਾ ਤੇਰੇ ਕਿਹੜੇ ਕਿਹੜੇ ਗੁਣਾਂ ਦਾ ਮੈਂ ਵਿਖਿਆਨ ਕਰਨਾ ਕਰਾਂ। ਉੱਚਾ ਪ੍ਰਭ ਕਾ ਨਾਉ, ਤੁਹਾਡਾ ਜਿਹੜਾ ਨਾਮ ਹੈ ਨਾ ਉਹ ਸਭ ਤੋਂ ਉੱਚਾ ਹੈ। ਦੁਨੀਆ ਵਿੱਚ ਉੱਚੇ ਤੇ ਬੜੇ ਹੋਣਗੇ, ਬੜੀਆਂ ਬੜੀਆਂ ਉੱਚੀਆਂ ਇਮਾਰਤਾਂ ਬਣੀਆਂ, ਬਿਲਡਿੰਗਾਂ ਬਣੀਆਂ ਨੇ, ਪਰ ਉਹਨਾਂ ਦਾ ਇੱਕ ਦਿਨ ਢਹਿਣ ਦਾ ਸਮਾਂ ਵੀ ਆ ਜਾਣਾ, ਉਹਨਾਂ ਨੇ ਇੱਕ ਦਿਨ ਮਿੱਟੀ ਵਿੱਚ ਮਿਲ ਜਾਣਾ ਹੈ। ਪਰ ਪਰਮਾਤਮਾ ਤੂੰ ਇੱਕ ਇਹੋ ਜਿਹਾ ਹੈ,
ਤੇਰਾ ਨਾਮ ਸਭ ਤੋਂ ਉੱਚਾ ਹੈ ਤੇ ਉਹ ਕਦੇ ਮਿਟਣ ਵਾਲਾ ਨਹੀਂ, ਕਦੇ ਢਹਿਣ ਵਾਲਾ ਨਹੀਂ। ਤੇਰੇ ਬਰਾਬਰ ਦੁਨੀਆ ਦਾ ਨਾ ਕੋਈ ਵਿਅਕਤੀ ਹੋ ਸਕਦਾ, ਨਾ ਕੋਈ ਪੈਗੰਬਰ ਹੋ ਸਕਦਾ। ਤੂੰ ਸਭ ਤੋਂ ਉੱਚਾ ਹੈ। ਅਤ ਉੱਚਾ ਤਾਕਾ ਦਰਬਾਰਾ, ਅੰਤ ਨਹੀਂ ਕਿਛ ਪਾਰਾ ਵਾਰਾ। ਐਸੇ ਆਪ ਜੀ ਬੇਅੰਤ ਹੋ, ਤੁਹਾਡੇ ਗੁਣਾਂ ਦਾ ਅੰਤ ਨਹੀਂ ਪਾਇਆ ਜਾ ਸਕਦਾ ਹੈ। ਨਾਨਕ ਕੀ ਬੇਨੰਤੀਆਂ। ਸਤਿਗੁਰੂ ਪਾਤਸ਼ਾਹ ਫਿਰ ਬਚਨ ਬਖਸ਼ਿਸ਼ ਕਰਦੇ, ਮਹਾਰਾਜ ਕੀ ਕਰਨਾ ਚਾਹੀਦਾ? ਕਹਿਣ ਲੱਗੇ ਉਹਦੇ ਅੱਗੇ ਬੇਨਤੀ ਕਰਨੀ ਚਾਹੀਦੀ ਹੈ, ਉਹਦੇ ਅੱਗੇ ਤੇ ਤਰਲਾ ਹੀ ਕਰਨਾ ਚਾਹੀਦਾ, ਬੇਨਤੀ ਤੋਂ ਬਿਨਾਂ ਕੁਝ ਨਹੀਂ ਹੋਣਾ। ਨਾਨਕ ਕੀ ਬੇਨੰਤੀਆ, ਮੈਂ ਨਾਨਕ, ਮੈਂ ਦਾਸ, ਮੈਂ ਸੇਵਕ ਤੇਰੇ ਅੱਗੇ ਬੇਨਤੀ ਕਰਦਾ, ਤੇਰੇ ਅੱਗੇ ਤਰਲਾ ਕਰਦਾ ਹਾਂ। ਮਿਲੈ ਨਿਥਾਵੇਂ ਥਾਓ। ਪਰਮਾਤਮਾ ਨੇ ਪੁੱਛਿਆ, ਕਹਿਣ ਲੱਗੇ ਕੀ ਬੇਨਤੀ ਕਰਨੀ ਚਾਹੁੰਦੇ ਹੋ, ਕੀ ਤਰਲਾ ਕਰਨਾ ਚਾਹੁੰਦੇ ਹੋ? ਤੇ ਬੇਨਤੀ ਕਰਨ ਵਾਲੇ ਨੇ ਫਿਰ ਬੇਨਤੀ ਇਹ ਕੀਤੀ, ਪਰਮਾਤਮਾ ਮੈਂ ਨਿਥਾਵਾਂ ਹਾਂ। ਨਿਥਾਵੇਂ ਤੋਂ ਭਾਵ ਹੀ ਮੈਨੂੰ ਜਗ੍ਹਾ ਹੀ ਕੋਈ ਨਹੀਂ ਹੈ, ਮੈਨੂੰ ਤੇ ਥਾਂ ਹੀ ਕੋਈ ਨਹੀਂ। ਇੱਕ ਜਗ੍ਹਾ 'ਤੇ ਬੈਠਦਾ ਉੱਥੋਂ ਉਠਾ ਦਿੱਤਾ ਜਾਂਦਾ, ਦੂਜੀ ਜਗ੍ਹਾ 'ਤੇ ਬੈਠਦਾ ਉੱਥੋਂ ਵੀ ਉਠਾ ਦਿੱਤਾ ਜਾਂਦਾ। ਇੱਕ ਜਗ੍ਹਾ 'ਤੇ ਘਰ ਬਣਾਉਂਦਾ, ਉੱਥੋਂ ਫਿਰ ਦੂਜੀ ਜਗ੍ਹਾ 'ਤੇ ਬਣਾਉਂਦਾ। ਮੇਰੇ ਕੋਲ ਤੇ ਥਾਂ ਹੀ ਕੋਈ ਨਹੀਂ ਹੈ। ਕਦੇ ਧਰਤੀ ਦੇ ਕਿਸੇ ਕੋਨੇ 'ਤੇ ਸਰੀਰ ਛੱਡਿਆ, ਕਦੇ ਧਰਤੀ ਦੇ ਕਿਸੇ ਕੋਨੇ 'ਤੇ ਸਰੀਰ ਛੱਡਿਆ, ਕਦੇ ਕਿਸੇ ਜਨਮ ਦੇ ਵਿੱਚ ਆ ਕੇ ਜਨਮ ਲੈ ਲਿਆ, ਕਦੇ ਕਿਸੇ ਜਨਮ ਦੇ ਵਿੱਚ ਆ ਕੇ ਮੌਤ ਲੈ ਲਈ। ਮੈਂ ਤੇ ਮਹਾਰਾਜ ਨਿਥਾਵਾਂ ਬਣ ਕੇ ਪਤਾ ਨਹੀਂ ਕਿੰਨੀਆਂ ਕੁ ਥਾਵਾਂ 'ਤੇ ਤੁਰਿਆ, ਕਿੰਨੀਆਂ ਕੁ ਥਾਵਾਂ 'ਤੇ ਵਾਰ-ਵਾਰ ਮਰਿਆ। ਮੇਰੇ ਕੋਲ ਤੇ ਜਗ੍ਹਾ ਹੀ ਕੋਈ ਨਹੀਂ। ਆਪ ਜੀ ਕਿਰਪਾ ਕਰੋ, ਮਿਲੈ ਨਿਥਾਵੈ ਥਾਓ, ਮੈਨੂੰ ਨਾਮ ਜਪਣ ਦੀ ਦਾਤ ਬਖਸ਼ਿਸ਼ ਕਰ ਦਿਓ ਤਾਂ ਕਿ ਮੈਨੂੰ ਨਿਥਾਵੇ ਨੂੰ ਮੁਕਤੀ ਰੂਪੀ ਥਾਂ ਮਿਲ ਜਾਵੇ। ਕਿਉਂਕਿ ਸੱਚਖੰਡ ਸਦਾ ਰਹਿਣ ਵਾਲਾ ਹੈ ਨਾ, ਇਹ ਦੁਨੀਆ 'ਤੇ ਸਦਾ ਨਹੀਂ ਰਹਿਣ ਵਾਲੀ। ਮਾਂ ਬਾਪ ਭੈਣਾਂ ਭਰਾ ਤੇ ਨਹੀਂ ਸਦਾ ਰਹਿਣ ਵਾਲੇ, ਪਰ ਸੱਚਖੰਡ ਉਹ ਸਦਾ ਰਹਿਣ ਵਾਲਾ ਹੈ। ਮਹਾਰਾਜ ਮੈਂ ਦੁਨੀਆ ਦੇ ਚੱਕਰ ਲਾ ਲਾ ਕੇ ਵੇਖ ਲਿਆ, ਇੱਥੇ ਕੁਝ ਨਹੀਂ, ਮੈਨੂੰ ਇੱਕ ਜਗ੍ਹਾ ਨਹੀਂ ਮਿਲਣੀ ਹੈ, ਪਰ ਮੈਨੂੰ ਜੇ ਮੁਕਤੀ ਦੇ ਦਿਓ ਤੇ ਸੱਚਖੰਡ ਵਾਲੀ ਜਗ੍ਹਾ ਮੈਨੂੰ ਮਿਲ ਜਾਵੇ, ਮੈਂ ਉਸ ਜਗ੍ਹਾ ਨੂੰ ਪ੍ਰਾਪਤ ਕਰਨਾ ਚਾਹੁੰਦਾ ਹਾਂ। ਨਾਨਕ ਕੀ ਬੇਨੰਤੀਆ, ਮਿਲੈ ਨਿਥਾਵੈ ਥਾਓ, ਮੈਨੂੰ ਨਿਥਾਵੇ ਨੂੰ, ਬੇਘਰੇ ਨੂੰ ਆਪ ਜੀ ਨਾਮ ਦੀ ਦਾਤ ਦੇ ਕੇ ਮੁਕਤੀ ਰੂਪੀ ਘਰ ਬਖਸ਼ਿਸ਼ ਕਰ ਦਿਓ। ਇਹ ਮੇਰੇ ਤੇ ਕਿਰਪਾ ਕਰਨੀ ਕਰੋ। ਚੰਤ ਦੂਸਰ ਨਾਹੀ ਠਾਓ, ਕਾ ਪਹਿ ਜਾਈਐ। ਉਸ ਵੇਲੇ ਪਰਮਾਤਮਾ ਨੇ ਪੁੱਛਿਆ, ਭਾਈ ਹੋਰ ਬੜੀਆਂ ਜਗ੍ਹਾ ਨੇ, ਸਾਡੇ ਕੋਲ ਆਇਆ, ਹੋਰ ਜਗ੍ਹਾ 'ਤੇ ਚਲੇ ਜਾ। ਬੜੇ ਦੁਨੀਆ 'ਤੇ ਪੈਗੰਬਰ ਬਣੇ ਨੇ, ਵਲੀ ਬਣੇ ਨੇ, ਰਿਸ਼ੀ ਮੁਨੀ ਬੜੇ ਬੈਠੇ ਨੇ, ਉੱਥੇ ਜਾ ਕੇ ਤਰਲਾ ਕਰ। ਤੇ ਫਿਰ ਸਿੱਖ ਬੇਨਤੀ ਕਰਦਾ, ਦੂਸਰ ਨਾ ਹੀ ਠਾਓ, ਮਹਾਰਾਜ ਮੇਰੇ ਕੋਲ ਦੂਜੀ ਜਗ੍ਹਾ ਹੀ ਕੋਈ ਨਹੀਂ। ਮੈਨੂੰ ਨਹੀਂ ਕਿਸੇ ਦੇ ਉੱਪਰ ਯਕੀਨ ਵੀ ਤੁਹਾਡੇ ਬਿਨਾਂ ਕੋਈ ਬਖਸ਼ਿਸ਼ ਕਰੇਗਾ, ਕਿਉਂਕਿ ਤੁਹਾਡੇ ਬਿਨਾਂ ਤੇ ਕੋਈ ਰਹਿਣ ਵਾਲਾ ਨਹੀਂ ਨਾ। ਅੰਡ ਬਨਾਸੀ ਜੀਰ ਬਨਾਸੀ ਉਤਪੁਜ ਸੇਤ ਬਨਦਾ, ਗਿਰ ਬਸਦਾ ਜਲ ਪਵਨ ਜਾਏ ਕੋਈ, ਸਭ ਕੁਝ ਚਲੇ ਜਾਣ ਵਾਲਾ ਹੈ। ਜੋ ਕੁਝ ਦਿਸਦਾ ਪਿਆ, ਮੈਂ ਜਿਹਦੇ ਅੱਗੇ ਵੀ ਬੇਨਤੀ ਕਰਾਂਗਾ ਉਹ ਵੀ ਨਾਸ਼ਵੰਤ ਹੈ, ਉਹਦੀ ਵੀ ਇੱਕ ਉਮਰਾਂ ਦਾ ਸਮਾਂ ਹੈ। ਦੂਸਰ ਨਾ ਹੀ ਠਾਓ, ਮੇਰੇ ਕੋਲ ਦੂਜੀ ਜਗ੍ਹਾ ਹੈ ਹੀ ਨਹੀਂ ਜਿਹਦੇ ਅੱਗੇ ਜਾ ਕੇ ਮੈਂ ਤਰਲਾ ਕਰਾਂ। ਇਹ ਮੇਰੇ ਕੋਲ ਕੋਈ ਜਗ੍ਹਾ ਨਹੀਂ ਹੈ। ਆਠ ਪਹਿਰ ਕਰ ਜੋੜ। ਦੂਸਰ ਨਾ ਹੀ ਠਾਓ, ਕਾ ਪਹਿ ਜਾਈਏ, ਤੁਹਾਨੂੰ ਛੱਡ ਕੇ ਹੋਰ ਜਾਈਏ ਤੇ ਫਿਰ ਜਾਈਏ ਕਿੱਥੇ? ਕੋਈ ਜਗ੍ਹਾ ਨਹੀਂ ਹੈ ਤੁਹਾਨੂੰ ਛੱਡ ਕੇ ਜਾਣ ਵਾਲੀ। ਕਬੀਰ ਸਾਹਿਬ ਜੀਆਂ ਨੇ ਬਚਨ ਕੀਤਾ ਨਾ ਗੁਰਬਾਣੀ ਦੇ ਅੰਦਰ, ਕਹਿਣ ਲੱਗੇ ਪਰਮਾਤਮਾ ਮੈਂ ਸਾਰੇ ਦਰਵਾਜ਼ੇ ਛੱਡ ਕੇ, ਸਾਰੇ ਦੁਆਰ ਛੱਡ ਕੇ ਤੇਰੇ ਦੁਆਰ 'ਤੇ ਆਇਆ, ਕਿਉਂਕਿ ਤੇਰੇ ਦੁਆਰੇ ਤੋਂ ਬਿਨਾਂ ਹੋਰ ਕੋਈ ਦਰਵਾਜ਼ਾ ਹੈ ਹੀ ਨਹੀਂ। ਤੁਧ ਨੂੰ ਛੋੜ ਪ੍ਰਭ ਜਾਈਐ ਕਹਿ ਧਰ, ਆਨ ਨਾ ਬੀਆ ਤੇਰੀ ਸਾਮਸਰ। ਤੈਨੂੰ ਛੱਡ ਕੇ ਹੋਰ ਕਿਹਦੀ ਧਿਰ ਲਈਏ, ਕਿਹਦਾ ਆਸਰਾ ਲਈਏ, ਕਿਹਦੇ ਦਰਵਾਜ਼ੇ ਨੂੰ ਤੱਕੀਏ? ਕਿਉਂਕਿ ਤੇਰੇ ਤੋਂ ਬਿਨਾਂ ਹੋਰ ਕੋਈ ਇੰਨਾ ਸਮਰੱਥ ਹੈ ਹੀ ਨਹੀਂ ਜਿਹਦੇ ਕੋਲ ਜਾ ਕੇ ਮੈਂ ਬੈਠ ਸਕਾਂ, ਜਿਹਦੇ ਕੋਲ ਜਾ ਕੇ ਆਸਰਾ ਲੈ ਲਵਾਂ। ਨਹੀਂ, ਤੇਰੇ ਬਿਨਾਂ ਕੋਈ ਹੋਰ ਹੈ ਹੀ ਨਹੀਂ। ਦੂਸਰ ਨਾ ਹੀ ਠਾਓ, ਦੂਜੀ ਜਗ੍ਹਾ ਨਹੀਂ ਹੈ ਮੇਰੇ ਕੋਲ। ਕਿਸ ਪਹਿ ਜਾਈਏ, ਕਿਹਦੇ ਕੋਲ ਜਾ ਕੇ ਮੈਂ ਜਾ ਕੇ ਪੁਕਾਰ ਕਰਾਂ ਕਿ ਮੈਨੂੰ ਆਪਣੇ ਕੋਲ ਰੱਖ ਲਓ। ਜਿਹਦੇ ਕੋਲ ਵੀ ਜਾਵਾਂਗਾ ਉਹਦਾ ਵੀ ਅੰਤ ਆ ਜਾਣਾ ਹੈ, ਤੇ ਫਿਰ ਜਾਣਾ ਕਿਹਦੇ ਕੋਲ?
ਦੁਨੀਆ ਦੀ ਇੱਕ ਆਪਾਂ ਉਦਾਹਰਨ ਸਰਵਣ ਕਰਦੇ ਹਾਂ ਨਾ, ਦੁਨਿਆਵੀ ਹੈ। ਮਾਂ ਬਾਪ ਲੜਕੀ ਨੂੰ ਵਿਆਹ ਦਿੰਦੇ, ਲੜਕੀ ਨੂੰ ਵਿਆਹੁਣ ਤੋਂ ਮਗਰੋਂ ਜੇ ਕੋਈ ਝਗੜਾ ਬਣ ਜਾਵੇ, ਕਲੇਸ਼ ਬਣ ਜਾਵੇ, ਤੇ ਮਾਂ ਬਾਪ ਇਹ ਗੱਲ ਕਹਿੰਦੇ ਵੀ ਪੁੱਤਰਾ ਅਸੀਂ ਨਹੀਂ ਉਹ ਸਦਾ ਰਹਿਣਾ, ਤੂੰ ਆਪਣੇ ਘਰ ਨੂੰ ਸਾਂਭ, ਤੇਰੇ ਪੇਕੇ ਸਾਡੇ ਨਾਲ ਹੀ ਨੇ, ਮਾਂ ਬਾਪ ਦੇ ਨਾਲ ਹੀ ਨੇ, ਅਸੀਂ ਸਦਾ ਨਹੀਂ ਰਹਿਣਾ, ਅਸੀਂ ਚਲੇ ਜਾਣਾ। ਫਿਰ ਤੈਨੂੰ ਪੇਕਿਆਂ ਦੇ ਘਰ ਵਿੱਚ ਵੀ ਕਿਸੇ ਨੇ ਪਾਣੀ ਦਾ ਗਲਾਸ ਨਹੀਂ ਪੁੱਛਣਾ, ਫਿਰ ਤੇਰੀ ਇੱਥੇ ਵੀ ਕਿਸੇ ਨੇ ਗੱਲ ਨਹੀਂ ਮੰਨੀ, ਤੂੰ ਆਪਣੇ ਘਰ ਨੂੰ ਸਾਂਭ ਬਣਾ, ਆਪਣੇ ਘਰ ਨੂੰ ਅੱਗੇ ਧਿਆਨ ਰੱਖ, ਉਹਦਾ ਲੜਾਈ ਝਗੜਾ ਨਾ ਕਰ। ਇੱਕ ਦੁਨਿਆਵੀ ਉਦਾਹਰਣ ਹੈ, ਜਿਸ ਮਾਂ ਬਾਪ ਨੇ ਬੱਚਾ ਬੱਚੀ ਪੈਦਾ ਕੀਤਾ ਹੈ, ਉਹ ਮਾਂ ਬਾਪ ਵੀ ਕਹਿੰਦਾ ਪਿਆ ਵੀ ਅਸੀਂ ਸਦਾ ਤੇਰਾ ਆਸਰਾ ਨਹੀਂ ਬਣ ਸਕਦੇ। ਕਿਉਂ ਨਹੀਂ ਬਣ ਸਕਦੇ? ਕਿਉਂਕਿ ਅਸੀਂ ਆਪ ਦੁਨੀਆ ਤੋਂ ਚਲੇ ਜਾਣਾ ਹੈ, ਅਸੀਂ ਆਪ ਨਹੀਂ ਰਹਿਣ ਵਾਲੇ, ਅਸੀਂ ਆਪ ਕਿਸੇ ਦੇ ਅਗੋਚਰੇ ਹੋ ਜਾਣਾ, ਕਿਸੇ ਦੇ ਆਸਰੇ ਹੋ ਜਾਣਾ, ਤੇਰੀ ਮਦਦ ਕੀ ਕਰਾਂਗੇ। ਇਹ ਆਪਾਂ ਆਮ ਦੁਨੀਆ ਵਿੱਚ ਗੱਲ ਕਹਿੰਦੇ ਤੇ ਸੁਣਦੇ ਹਾਂ। ਇਸੇ ਤਰ੍ਹਾਂ ਅਸੀਂ ਕਿਸੇ ਦਾ ਆਸਰਾ ਤੱਕ ਵੀ ਲਵਾਂਗੇ ਨਾ, ਪਰ ਉਹਦਾ ਆਸਰਾ ਕਿੰਨਾ ਕੁ ਚਿਰ ਹੈ, ਕਿਉਂਕਿ ਰਹਿਣਾ ਤੇ ਉਹਨੇ ਆਪ ਵੀ ਨਹੀਂ ਸਦਾ ਵਾਸਤੇ। ਮਾਂ ਬਾਪ ਕਹਿੰਦੇ ਨਾ ਅਸੀਂ ਨਹੀਂ ਸਦਾ ਰਹਿਣਾ, ਤੂੰ ਆਪਣੇ ਘਰ ਨੂੰ ਸਾਂਭ। ਇਸੇ ਤਰ੍ਹਾਂ ਜੇ ਅਸੀਂ ਕਿਸੇ ਕੋਲ ਚਲੇ ਵੀ ਜਾਵਾਂਗੇ ਨਾ, ਕਿਸੇ ਨੂੰ ਮਾਂ ਬਾਪ ਬਣਾ ਵੀ ਲਵਾਂਗੇ ਨਾ, ਵੀ ਆਹ ਰਿਖੀ ਮੁਨੀ ਮੇਰੀ ਮਦਦ ਕਰੇਗਾ, ਇਹ ਪੈਗੰਬਰ ਮੇਰੀ ਮਦਦ ਕਰੇਗਾ, ਪਾਤਸ਼ਾਹ ਕਹਿਣ ਲੱਗੇ ਉਸ ਪੈਗੰਬਰ ਨੇ, ਰਿਖੀ ਮੁਨੀ ਨੇ ਰਹਿਣਾ ਹੀ ਨਹੀਂ, ਤੇਰੀ ਮਦਦ ਕੌਣ ਕਰੇਗਾ। ਕਾਪਹਿ ਜਾਈਏ, ਤੈਨੂੰ ਛੱਡ ਕੇ ਕਿਹਦੇ ਕੋਲ ਜਾਣਾ ਕਰੀਏ। 8 ਪਹਿਰ ਕਰ ਜੋੜ। ਫਿਰ ਕੀ ਕਰਨਾ ਚਾਹੀਦਾ ਸਾਨੂੰ? ਤੇ ਇੱਕ ਵਾਰੀ ਹੱਥ ਜੋੜਨੇ ਬੜੇ ਔਖੇ ਲੱਗਦੇ ਨੇ, ਇੱਕ ਵਾਰੀ ਮੱਥਾ ਟੇਕਣਾ ਬੜਾ ਔਖਾ ਲੱਗਦਾ, ਇੱਕ ਵਾਰੀ ਗੁਰੂ ਘਰ ਆਉਣਾ ਬੜਾ ਔਖਾ ਲੱਗਦਾ, ਨਾਮ ਜਪਣਾ ਪਵੇ ਤੇ ਇੱਕ ਵਾਰੀ ਨਿਤਨੇਮ ਮਸਾਂ ਹੁੰਦਾ, ਬਾਣੀ ਮਸਾਂ ਪੜ੍ਹੀ ਜਾਂਦੀ ਹੈ, ਦੂਜੀ ਵਾਰੀ ਆਖੀਦਾ ਵੀ ਨਾ ਹੀ ਪੜ੍ਹਨੀ ਪਵੇ। ਪਰ ਗੁਰੂ ਪਾਤਸ਼ਾਹ ਬਚਨ ਕਰਦੇ ਪਏ, ਕਹਿਣ ਲੱਗੇ 8 ਪਹਿਰ ਕਰ ਜੋੜ। ਅਸੀਂ ਤੈਨੂੰ ਬਚਨ ਇਹ ਕਰਦੇ ਹਾਂ, 8 ਪਹਿਰ ਹੱਥ ਜੋੜ ਕੇ ਬੇਨਤੀ ਕਰਿਆ ਕਰ। 3 ਘੰਟਿਆਂ ਦਾ ਇੱਕ ਪਹਿਰ ਹੈ। 8 ਪਹਿਰ ਤੋਂ ਭਾਵ ਜੇ ਆਪਾਂ ਅੱਜ ਦਾ ਸਮਾਂ ਲਾਈਏ ਤੇ 24 ਘੰਟੇ, 24 ਘੰਟੇ ਤੇਰੇ ਹੱਥ ਜੁੜੇ ਰਹਿਣ ਪ੍ਰਮਾਤਮਾ ਦੇ ਅੱਗੇ। ਬਖਸ਼ ਲੈ, ਬਖਸ਼ ਲੈ, ਬਖਸ਼ ਲੈ, ਬਖਸ਼ਣ ਹਾਰ ਬਖਸ਼ ਲੈ, ਨਾਨਕ ਪਾਰ ਉਤਾਰ। ਪ੍ਰਮਾਤਮਾ ਬਖਸ਼ ਲੈ, ਮੈਨੂੰ ਮੁਆਫ ਕਰ ਦੇ। 24 ਘੰਟੇ ਤੇਰੇ ਹੱਥ ਜੁੜੇ ਰਹਿਣ, 24 ਘੰਟੇ ਤੇਰੀਆਂ ਫਰਿਆਦਾਂ ਚੱਲਦੀਆਂ ਰਹਿਣ। 8 ਪਹਿਰ ਕਰ ਜੋੜ, 24 ਘੰਟੇ ਹੱਥ ਜੋੜ ਕੇ ਬੇਨਤੀ ਕਰਨਾ ਕਰ। ਸੋ ਪ੍ਰਭ ਧਿਆਈਐ। ਉਸ ਪ੍ਰਮਾਤਮਾ ਨੂੰ ਧਿਆਉਣਾ ਕਰ। ਧਿਆਉਣਾ ਕਿਵੇਂ ਹੈ? ਵਾਹਿਗੁਰੂ ਵਾਹਿਗੁਰੂ, ਇਹ ਧਿਆਉਣਾ ਹੈ, ਇਹ ਧਿਆਨ ਧਾਰਨਾ ਹੈ। ਨਾਮ ਨੂੰ ਜਪਣਾ ਨਾਲ ਧਿਆਨ ਧਾਰਨਾ ਹੈ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਉਸ ਪ੍ਰਮਾਤਮਾ ਦੇ ਅੱਗੇ 8 ਪੈਰ ਹੱਥ ਜੋੜ ਕੇ ਉਹਨੂੰ ਧਿਆ। ਜੇ ਕੁਝ ਲੈਣਾ ਚਾਹਣਾ, ਜੇ ਮੁਕਤ ਹੋਣਾ ਚਾਹਣਾ, ਜੇ ਗੁਰਮੁਖੋ ਜਿਨ੍ਹਾਂ ਨੂੰ ਸੁਝੀ ਆਈ ਹੈ ਨਾ, ਜਿਨ੍ਹਾਂ ਨੂੰ ਗਿਆਨ ਆਇਆ, ਜਿਨ੍ਹਾਂ ਨੂੰ ਸਮਝ ਆਈ ਹੈ, ਉਹ ਵਾਕਿਆ ਹੀ ਜਪਦੇ ਪਏ। ਤੇ ਜਿਨ੍ਹਾਂ ਨੂੰ ਸਮਝ ਨਹੀਂ ਆਈ ਹੈ, ਉਹ ਸੁੱਤੇ ਹੋਏ ਭੁੱਲ ਕੇ ਪਰਮਾਤਮਾ ਦੇ ਨਾਮ। ਜਿਨ੍ਹਾਂ ਨੂੰ ਸਮਝ ਆ ਗਈ ਉਹਨਾਂ ਨੇ ਆਖਿਆ ਇੱਕ ਦਿਨ ਸੋਵਨ ਹੋਏਗੋ ਲਾਂਬੇ ਗੋਂਡ ਪਸਾਰ। ਐਸ ਮਨੁੱਖਾ ਜਨਮ ਦੇ ਵਿੱਚ ਮੈਂ ਨਹੀਂ ਸੌਣਾ। ਕਿਉਂ? ਇੱਕ ਦਿਨ ਸਮਾਂ ਆਉਣਾ, ਪੱਕਾ ਹੀ ਦੁਨੀਆ ਤੋਂ ਚਲੇ ਜਾਣਾ, ਕਬਰ ਦੇ ਵਿੱਚ ਸੁੱਤੇ ਹੀ ਰਹਿਣਾ। ਜਦੋਂ ਗਾਂਹ ਸੌਣਾ ਹੈ ਤੇ ਅੱਜ ਕੰਮ ਕਰ ਲਈਏ, ਅੱਜ ਨਾਮ ਜਪ ਲਈਏ। ਫਰੀਦਾ ਇੱਟ ਸਰਾਣੇ ਭੋਏ ਸਵਨ ਕੀੜਾ ਲੜਿਓ ਮਾਸ, ਕੇਤੜਿਆਂ ਜੁਗ ਵਾਪਰੇ ਇਕਤ ਪਿਆ ਪਾਸ। ਜਦੋਂ ਕਈ ਯੁੱਗ ਸੁੱਤੇ ਰਹਿਣਾ ਤੇ ਫਿਰ ਹੁਣ ਜਾਗ ਲਈਏ ਨਾ ਉਹਦੇ ਨਾਮ ਦੇ ਵਿੱਚ। ਫਿਰ ਤੇ ਕਬਰ ਦੇ ਵਿੱਚ ਸਰਾਣਾ ਵੀ ਇੱਟ ਦਾ ਮਿਲੇਗਾ, ਤੇ ਜਿੱਧਰ ਨੂੰ ਪਾਸਾ ਕਰਕੇ ਕਬਰ ਵਿੱਚ ਕਿਸੇ ਨੇ ਪਾ ਦਿੱਤਾ, ਉਸੇ ਪਾਸੇ ਹੀ ਪਤਾ ਨਹੀਂ ਕਿੰਨੇ ਸਾਲ ਉੱਥੇ ਪੈ ਰਹਿਣਾ। ਪਿੰਜਰ ਨੇ, ਹੱਡੀਆਂ ਨੇ, ਕੋਈ ਅੰਤ ਹੀ ਨਹੀਂ ਹੈ। ਸਤਿਗੁਰੂ ਪਾਤਸ਼ਾਹ ਬਖਸ਼ਿਸ਼ ਕਰਦੇ ਕਹਿਣ ਲੱਗੇ ਇਸ ਕਰਕੇ 8 ਪੈਰ ਉਹਦੇ ਨਾਮ ਨੂੰ ਜਪੀਏ, ਹੱਥ ਜੋੜ ਕੇ ਉਹਨੂੰ ਧਿਆਉਣਾ ਕਰੀਏ। ਧਿਆਏ ਸੋ ਪ੍ਰਭ ਸਦਾ ਆਪਣਾ। ਜਦੋਂ ਉਹਦਾ ਧਿਆਨ ਧਾਰਨਾ ਨਾ ਪ੍ਰਮਾਤਮਾ ਦਾ, ਬਾਣੀ ਪੜ੍ਹਨੀ ਹੈ, ਉਦੋਂ ਕਦੇ ਇਹ ਨਹੀਂ ਸੋਚਣਾ ਵੀ ਚਲੋ ਅੱਜ ਮਤਲਬ ਹੈ ਅੱਜ ਗੁਰੂ ਨੂੰ ਆਪਣਾ ਬਣਾ ਲਈਏ, ਅੱਜ ਪਰਮੇਸ਼ਰ ਨੂੰ ਆਪਣਾ ਕਹਿ ਦਈਏ, ਅੱਜ ਮਤਲਬ ਹੈ।
ਕੱਲ੍ਹ ਨੂੰ ਨਿਕਲ ਗਿਆ ਸਮਾਂ ਤੇ ਕਿਹੜਾ ਰੱਬ ਕਿਹਦਾ ਰੱਬ ਮੈਂ ਨਹੀਂ ਜਾਣਦਾ। ਅੱਜ ਤੁਸੀਂ ਕਿਸੇ ਨੂੰ ਗਲਤੀ ਤੋਂ ਟੋਕਦੇ ਹੋ ਨਾ, ਕਿਸੇ ਨੂੰ ਵੀ ਤੂੰ ਆਹ ਗਲਤੀ ਕਰਦਾ ਗੁਰਦੁਆਰੇ ਆ ਕੇ, ਜਾਂ ਤੂੰ ਕਿਤੇ ਹੋਰ ਗਲਤੀ ਕਰਦਾ, ਤੂੰ ਬਾਣੀ ਸਹੀ ਨਹੀਂ ਪੜ੍ਹਦਾ, ਜਾਂ ਪਾਠ ਸਹੀ ਨਹੀਂ ਕਰਦਾ, ਜਾਂ ਤੂੰ ਬੈਠਦਾ ਨਹੀਂ, ਜਾਂ ਤੂੰ ਗੱਲਾਂ ਕਿਉਂ ਕਰਦਾ, ਉਹਦਾ ਜਵਾਬ ਅੱਗੋਂ ਇਹ ਮਿਲਦਾ ਵੀ ਮੈਂ ਕੱਲ੍ਹ ਨੂੰ ਗੁਰਦੁਆਰੇ ਨਹੀਂ ਆਉਣਾ, ਮੈਂ ਪਾਠ ਨਹੀਂ ਕਰਨਾ। ਉਹਦੇ ਕਹਿਣ ਤੋਂ ਮਤਲਬ ਇਹ ਹੈ ਵੀ ਪਾਠ ਮੇਰਾ ਨਹੀਂ ਹੈ, ਗੁਰਦੁਆਰਾ ਮੇਰਾ ਨਹੀਂ ਹੈ, ਗੁਰੂ ਮੇਰਾ ਨਹੀਂ ਹੈ, ਇਹ ਤਾਂ ਕਿਸੇ ਹੋਰ ਦਾ ਹੀ ਹੈ, ਮੈਂ ਅਹਿਸਾਨ ਕਰਦਾ ਪਿਆ ਤੁਹਾਡੇ 'ਤੇ। ਨਹੀਂ, ਪਰਮਾਤਮਾ ਜਿੰਨਾ ਮੇਰਾ ਓਨਾ ਹੀ ਤੇਰਾ, ਗੁਰੂ ਘਰ ਜਿੰਨਾ ਮੇਰਾ ਓਨਾ ਹੀ ਤੇਰਾ, ਬਾਣੀ ਜਿੰਨੀ ਮੇਰੀ ਹੈ ਓਨੀ ਤੇਰੀ ਹੈ, ਇਹਦਾ ਮਾਲਕ ਕੋਈ ਨਹੀਂ ਹੈ। ਪਰ ਅਸੀਂ ਸੋਚਦੇ ਹਾਂ ਵੀ ਸ਼ਾਇਦ ਮੈਨੂੰ ਇਹਨੇ ਰੋਕਿਆ ਤੇ ਮੈਂ ਹੁਣ ਗੁਰਦੁਆਰੇ ਨਹੀਂ ਜਾਵਾਂਗਾ, ਮੈਂ ਹੁਣ ਮੰਦਰ ਨਹੀਂ ਜਾਵਾਂਗਾ, ਮੈਂ ਜਿਹੜੇ ਧਾਰਮਿਕ ਸਥਾਨ ਨੂੰ ਮੰਨਦਾ ਮੈਂ ਉੱਥੇ ਨਹੀਂ ਜਾਵਾਂ। ਤੇਰੇ ਜਾਣ ਦੇ ਨਾਲ ਜਾਂ ਨਾ ਜਾਣ ਦੇ ਨਾਲ ਧਾਰਮਿਕ ਸਥਾਨ ਨੂੰ ਫਰਕ ਕੋਈ ਨਹੀਂ ਪੈਣਾ, ਬਾਣੀ ਨੂੰ ਫਰਕ ਕੋਈ ਨਹੀਂ ਪੈਣਾ, ਪਰ ਤੈਨੂੰ ਜ਼ਰੂਰ ਪੈ ਜਾਣਾ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ, ਧਿਆਏ ਸੋ ਪ੍ਰਭ ਸਦਾ ਆਪਣਾ। ਜਦੋਂ ਨਾਮ ਧਿਆਉਣਾ ਤੇ ਇਹ ਗੱਲ ਮਨ ਵਿੱਚ ਰੱਖਣੀ ਹੈ ਵੀ ਇਹ ਬਾਣੀ ਮੇਰੀ ਹੈ, ਇਹ ਬਾਣੀ ਮੇਰੇ ਵਾਸਤੇ ਹੈ, ਮੈਂ ਗੁਰੂ ਘਰ ਸੰਗਤ ਵਿੱਚ ਆਇਆ, ਇਹ ਸੰਗਤ ਮੇਰੇ ਵਾਸਤੇ ਹੈ, ਆਪਣਾ ਜਾਣ ਕੇ। ਪਰ ਗੁਰਮੁਖੋ ਬਚਨ ਇਹ ਹੈ, ਸਭ ਕੁਛ ਆਪਣਾ ਇੱਕ ਰਾਮ ਪਰਾਇਆ। ਅਸੀਂ ਉਲਟਾ ਚੱਲਦੇ ਹਾਂ, ਜਿਹੜਾ ਕੁਝ ਮੇਰਾ ਨਹੀਂ ਹੈ ਨਾ ਉਹ ਕਹਿੰਦੇ ਆ ਮੇਰਾ। ਜਿਵੇਂ ਘਰ ਹੈ, ਜ਼ਮੀਨ ਜਾਇਦਾਦ ਹੈ, ਧਨ ਦੌਲਤ ਹੈ, ਦੌਲਤ ਸ਼ੌਹਰਤ ਹੈ, ਇਹ ਸਭ ਕੁਝ ਹੈ ਸਾਡਾ ਨਹੀਂ, ਇੱਕ ਦਿਨ ਸਾਨੂੰ ਇਹਨੇ ਛੱਡ ਜਾਣਾ, ਪਰ ਉਹਨੂੰ ਅਸੀਂ ਕਹਿੰਦੇ ਆ ਮੇਰਾ ਹੈ। ਇੱਕ ਰਾਮ ਹੈ ਜਿਹੜਾ ਜਿਉਂਦਿਆਂ ਵੀ ਸਾਡੇ ਨਾਲ ਹੈ, ਜੰਮਣ ਤੋਂ ਪਹਿਲਾਂ ਵੀ ਸਾਡੇ ਨਾਲ ਸੀ, ਹੁਣ ਵੀ ਸਾਡੇ ਨਾਲ ਹੈ, ਮਰਨ ਤੋਂ ਬਾਅਦ ਵਿੱਚ ਵੀ ਜਿਹਨੇ ਸਾਡੇ ਨਾਲ ਹੋਣਾ ਹੈ, ਉਹਨੂੰ ਅਸੀਂ ਆਖਦੇ ਵੀ ਰੱਬ ਤੇ ਮੇਰਾ ਹੈ ਹੀ ਨਹੀਂ, ਇਹ ਤੇ ਕਿਸੇ ਫਲਾਣੇ ਦਾ ਹੈ, ਹੁਣ ਮੈਂ ਉਹਨੂੰ ਜਪਾਂਗਾ ਨਹੀਂ। ਉਲਟੀ ਖੇਡ ਹੈ ਨਾ ਸੰਸਾਰ ਦੀ। ਜਿਹੜਾ ਕੁਝ ਤੇਰੇ ਨਾਲ ਨਹੀਂ ਜਾਣ ਵਾਲਾ ਉਹਨੂੰ ਆਪਣਾ ਸਮਝਿਆ, ਜਿਹਨੇ ਨਾਲ ਜਾਣਾ ਕਹਿੰਦਾ ਵੀ ਇਹ ਨਹੀਂ ਮੇਰਾ, ਇਹ ਤੇ ਕਿਸੇ ਹੋਰ ਦਾ ਹੈ, ਜੇ ਮੈਨੂੰ ਕੋਈ ਟੋਕੇਗਾ ਕੋਈ ਰੋਕੇਗਾ ਮੈਂ ਤੇ ਜਪਣਾ ਹੀ ਛੱਡ ਦਿਆਂਗਾ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ, ਨਹੀਂ, ਧਿਆਏ ਸੋ ਪ੍ਰਭ ਸਦਾ ਆਪਣਾ। ਉਸ ਨੂੰ ਆਪਣਾ ਜਾਣ ਕੇ ਉਸ ਦੇ ਨਾਮ ਨੂੰ ਧਿਆਉਣਾ ਕਰ। ਮਨ ਹੈ ਚਿੰਦਿਆ ਪਾਈਆ। ਜਦੋਂ ਆਪਣਾ ਜਾਣ ਕੇ ਧਿਆਵੇਂਗਾ ਨਾ ਤੇ ਫਿਰ ਮਨ ਚਿੰਦਿਆ, ਮਨ ਇੱਛਤ ਫਲ ਪ੍ਰਾਪਤ ਹੋਣਗੇ। ਜੋ ਤੇਰੇ ਮਨ ਦੀ ਇੱਛਾ ਹੋਵੇਗੀ ਨਾ। ਸਾਡੇ ਮਨ ਵਿੱਚ ਫੁਰਨਾ ਆਉਂਦਾ, ਅਸੀਂ ਬਾਣੀ ਪੜ੍ਹਦੇ ਹਾਂ, ਨਾਮ ਜਪਦੇ ਹਾਂ। ਕਈ ਵਾਰੀ ਸਾਡੇ ਮਨ ਵਿੱਚ ਇਹ ਵਿਚਾਰ ਆ ਜਾਂਦੀ ਹੈ ਵੀ ਮੈਂ ਬਾਣੀ ਤੇ ਪੜ੍ਹੀ, ਪਾਠ ਤੇ ਕੀਤੇ, ਪਰ ਮੇਰੇ ਮਨ ਵਿੱਚ ਫੁਰਨੇ ਆਈ ਜਾਂਦੇ, ਮੈਨੂੰ ਇਹਦਾ ਲਾਭ ਪ੍ਰਾਪਤ ਨਹੀਂ ਹੋਣਾ। ਜਾਂ ਮੇਰੇ ਮਨ ਵਿੱਚ ਸੰਕਲਪ ਪਹਿਲਾਂ ਆ ਗਿਆ, ਲੋੜ ਪਹਿਲਾਂ ਆ ਗਈ ਹੈ, ਮੈਂ ਤਾਂ ਬਾਣੀ ਪੜ੍ਹੀ ਹੈ। ਤੇ ਗੁਰਮੁਖੋ ਸੰਕਲਪ ਤੇ ਮਨ ਦੇ ਵਿੱਚ ਭਗਤ ਧਰੂ ਦੇ ਵੀ ਆਇਆ। ਘਰੋਂ ਚੱਲਣ ਤੋਂ ਪਹਿਲਾਂ ਅਜੇ ਨਾਮ ਜਪਣਾ ਹੈ, ਅਜੇ ਘਰੋਂ ਚੱਲਣਾ ਹੈ, ਘਰੋਂ ਚੱਲਣ ਤੋਂ ਪਹਿਲਾਂ ਇਹ ਮਨ ਵਿੱਚ ਫੁਰਨਾ ਆ ਗਿਆ, ਇਸ ਰਾਜ ਭਾਗ ਦਾ ਮਾਲਕ ਮੈਂ ਬਣਨਾ। ਫੁਰਨਾ ਪਹਿਲਾਂ ਕੀਤਾ ਨਾ ਵੀ ਰਾਜ ਭਾਗ ਦਾ ਮਾਲਕ ਮੈਂ ਬਣਨਾ। ਨਾਮ ਅਜੇ ਬਾਅਦ ਵਿੱਚ ਜਪਣਾ। ਨਾਮ ਜਪਦਿਆਂ ਜਪਦਿਆਂ ਕਈ ਵਾਰੀ ਅਸੀਂ ਆਖਦੇ ਵੀ ਇੱਛਾ ਰੱਖ ਕੇ ਨਾਮ ਨਾ ਜਪ। ਤੂੰ ਨਾਮ ਜਪ ਜਿਵੇਂ ਮਰਜ਼ੀ ਜਪ, ਨਾਮ ਦੇ ਵਿੱਚ ਇੰਨੀ ਤਾਕਤ ਹੈ, ਭੁੱਖਾਂ ਸਭ ਗਵਾਈਆਂ ਉਹਨੇ ਅੰਦਰੋਂ, ਤੇਰੀਆਂ ਭੁੱਖਾਂ ਆਪੇ ਹੀ ਮੇਟ ਦੇਣੀਆਂ। ਭਗਤ ਧਰੂ ਜੀ ਚਲੇ ਗਏ, ਨਾਮ ਜਪਦੇ ਪਏ। ਨਾਮ ਜਪਦਿਆਂ ਜਪਦਿਆਂ ਉਹ ਜਿਹੜੀ ਘਰੋਂ ਇੱਛਾ ਰੱਖੀ ਸੀ ਨਾ ਵੀ ਰਾਜ ਭਾਗ ਦਾ ਮਾਲਕ ਬਣਨਾ, ਉਹ ਭੁੱਖ ਹੌਲੀ ਹੌਲੀ ਨਾਮ ਜਪਦਿਆਂ ਮੇਟ ਹੀ ਗਈ, ਰਹਿ ਹੀ ਨਹੀਂ ਗਈ ਭੁੱਖ। ਜਦੋਂ ਨਾਮ ਜਪਿਆ ਤੇ ਪ੍ਰਮਾਤਮਾ ਪ੍ਰਗਟ ਹੋਏ, ਅਕਾਲ ਪੁਰਖ ਪ੍ਰਗਟ ਹੋ ਕੇ ਕਹਿਣ ਲੱਗੇ, ਮੰਗ ਧਰੂ ਕੀ ਚਾਹੀਦਾ? ਕਹਿਣ ਲੱਗੇ ਜੀ ਕੁਝ ਨਹੀਂ ਚਾਹੀਦਾ। ਕਹਿਣ ਲੱਗੇ ਘਰੋਂ ਤੇ ਚੱਲਿਆ ਸੀ, ਰਾਜ ਦੀ ਇੱਛਾ ਲੈ। ਕਹਿਣ ਲੱਗਾ ਜੀ ਉਦੋਂ ਇੱਛਾ ਸੀ, ਪਰ ਹੁਣ ਤੇ ਨਾਮ ਜਪਿਆ, ਹੁਣ ਤੇ ਇੱਛਾ ਰਹਿ ਹੀ ਕੋਈ ਨਹੀਂ ਗਈ, ਇੱਛਾ ਸਭ ਖਤਮ ਹੋ ਗਈ। ਤੁਹਾਡੇ ਦਿਦਾਰੇ ਚਾਹੀਦੇ ਸੀ, ਉਹ ਹੋ ਗਏ ਨੇ, ਤੁਹਾਡੀ ਪ੍ਰਾਪਤੀ ਹੁਣ ਤੇ ਤੁਹਾਡੀ ਪ੍ਰਾਪਤੀ ਦਾ ਫੁਰਨਾ ਹੈ। ਪਦਾਰਥ ਤੇ ਪਤਾ ਵੀ ਨਾਸਵੰਤ। ਕਹਿਣ ਲੱਗੇ ਪ੍ਰਮਾਤਮਾ ਨੇ ਆਖਿਆ, ਕਹਿਣ ਲੱਗੇ ਕੋਈ ਗੱਲ ਨਹੀਂ, ਜਿਹੜੀ ਇੱਛਾ ਘਰੋਂ ਲੈ ਕੇ ਤੁਰਿਆ ਸੀ, ਭਾਵੇਂ ਤੇਰੀ ਇੱਛਾ ਉਹ ਖਤਮ ਹੋ ਗਈ ਹੈ, ਪਰ ਉਹ ਵੀ ਪੂਰੀ ਕਰਾਂਗੇ, ਤੂੰ ਰਾਜ ਭਾਗ ਦਾ ਮਾਲਕ ਵੀ ਬਣੇਗਾ।
ਫਿਰ ਬੇਨਤੀ ਕੀਤੀ ਜੀ ਰਾਜ ਭਾਗ ਦਾ ਮਾਲਕ ਬਣ ਕੇ ਮੁੜ ਕੇ ਜਿਹੜੀ ਤੁਹਾਡੀ ਪ੍ਰਾਪਤੀ ਹੋਣੀ ਹੈ, ਸੱਚਖੰਡ ਦੀ ਪ੍ਰਾਪਤੀ ਹੋਣੀ, ਕਿਤੇ ਰਹਿ ਨਾ ਜਾਵੇ, ਕਿਤੇ ਫਾਸੀ ਨਾ ਜਾਵਾਂ ਮੈਂ। ਕਿਉਂਕਿ ਕਬੂਤਰ ਨੂੰ ਦਾਣਾ ਖਿਲਰਿਆ ਦਿਸਦਾ ਨਾ, ਉੱਤੇ ਜਾਲ ਪੈ ਜਾਣਾ ਇਹ ਨਹੀਂ ਦਿਸਦਾ। ਸਾਨੂੰ ਪਦਾਰਥ ਦਿਸਦੇ ਜ਼ਰੂਰ ਨੇ, ਪਰ ਪਦਾਰਥਾਂ ਨੇ ਸਾਨੂੰ ਕਦੋਂ ਬੰਨ੍ਹ ਲੈਣਾ ਇਹ ਨਹੀਂ ਦਿਸਦਾ। ਧਰੂ ਜੀ ਕਹਿਣ ਲੱਗੇ ਵੀ ਇਹ ਨਾ ਹੋਵੇ ਰਾਜ ਭਾਗ ਦਾ ਮਾਲਕ ਬਣਾ, ਮੁੜ ਕੇ ਤੁਹਾਡਾ ਨਾਮ ਹੀ ਵਿਸਰ ਜਾਵੇ। ਕਿਉਂਕਿ ਗੁਰਮੁਖੋ ਇਸੇ ਤਰ੍ਹਾਂ ਹੀ ਹੁੰਦਾ ਨਾ, ਜਦੋਂ ਆਪਾਂ ਲੋੜਵੰਦ ਹੁੰਦੇ ਆ ਨਾ, ਉਦੋਂ ਅਸੀਂ ਤੜਕੇ ਉੱਠ ਵੀ ਪੈਂਦੇ ਹਾਂ, ਇਸ਼ਨਾਨ ਵੀ ਕਰ ਲੈਂਦੇ, ਸੰਗਤ ਵਿੱਚ ਵੀ ਆ ਜਾਂਦੇ, ਪਾਠ ਵੀ ਕਰ ਲੈਂਦੇ, ਨਿਤਨੇਮ ਵੀ ਕਰ ਲੈਂਦੇ। ਅਤੇ ਜਦੋਂ ਸਾਨੂੰ ਰੱਬ ਸਾਰੀਆਂ ਦਾਤਾਂ ਦੇ ਦੇਵੇ, ਘਰ ਸੋਹਣਾ ਬਣ ਗਿਆ, ਠੰਡੀ ਹਵਾ ਦੇ ਉੱਥੇ ਲੱਗ ਗਏ ਨੇ, ਏਸੀ ਲੱਗ ਗਏ ਨੇ, ਹੋਰ ਕਈ ਸਹੂਲਤਾਂ ਆ ਗਈਆਂ, ਫਿਰ ਸਵੇਰੇ ਉੱਠਣ ਨੂੰ ਜੀਅ ਨਹੀਂ ਕਰਦਾ, ਫਿਰ ਇਸ਼ਨਾਨ ਨੂੰ ਜੀਅ ਵੀ ਨਹੀਂ ਕਰਦਾ, ਫਿਰ ਗੁਰੂ ਘਰੇ ਆਉਣ ਨੂੰ ਜੀਅ ਨਹੀਂ ਕਰਦਾ। ਉਹ ਭੁੱਲ ਗਿਆ ਨਾ ਸਾਰਾ ਕੁਝ, ਕਿਉਂਕਿ ਸੁੱਖ ਹੀ ਇੰਨੇ ਮਿਲ ਗਏ। ਹੁਣ ਤਾਂ ਇਸ਼ਨਾਨ ਕਰਨਾ ਵੀ ਸੁੱਖ ਨਹੀਂ ਲੱਗਦਾ, ਉਹ ਵੀ ਦੁੱਖ ਹੀ ਲੱਗਦਾ ਵੀ ਝੱਟ ਹੋਰ ਸੌਂ ਹੀ ਲਈਏ। ਪਦਾਰਥ ਆ ਗਿਆ, ਪਰਮਾਤਮਾ ਦੂਰ ਹੋ ਗਿਆ। ਭਗਤ ਧਰੂ ਜੀ ਕਹਿਣ ਲੱਗੇ ਵੀ ਇਹ ਨਾ ਹੋਵੇ ਵੀ ਮੈਨੂੰ ਤੁਸੀਂ ਰਾਜ ਭਾਗ ਦਿਓ, ਮੈਂ ਤੁਹਾਡੇ ਤੋਂ ਦੂਰ ਹੋ ਜਾਵਾਂ। ਕਹਿਣ ਲੱਗੇ ਨਹੀਂ, ਰਾਜ ਭਾਗ ਦਾ ਮਾਲਕ ਵੀ ਬਣੇਗਾ, ਜਦੋਂ ਸਰੀਰ ਛੱਡੇਗਾ ਸਿੱਧਾ ਸੱਚਖੰਡ ਦੀ ਪ੍ਰਾਪਤੀ ਨੂੰ ਜਾਵੇਂਗਾ। ਭਗਤ ਧਰੂ ਜੀ ਦੀ ਕਮਾਈ ਨੂੰ ਆਪਾਂ ਯਾਦ ਕਰਕੇ ਆਖੀਏ ਸਤਿਨਾਮ ਸ੍ਰੀ ਵਾਹਿਗੁਰੂ। ਐਸੀਆਂ ਕਮਾਈਆਂ ਨੇ ਨਾਮ ਦੀਆਂ ਜਿਨ੍ਹਾਂ ਨੇ ਕੀਤੀਆਂ ਨੇ। ਮਹਾਰਾਜ ਕਹਿਣ ਲੱਗੇ ਜੇ ਤੇਰੇ ਮਨ ਵਿੱਚ ਇੱਛਾ ਵੀ ਆ ਗਈ ਹੈ ਨਾ ਵੀ ਮੇਰਾ ਆਹ ਕਾਰਜ ਬਣ ਜਾਵੇ ਤੇ ਮੈਂ ਬਾਣੀ ਪੜ੍ਹਾਂ, ਤੂੰ ਇੱਛਾ ਰੱਖ ਕੇ ਹੀ ਬਾਣੀ ਪੜ੍ਹ ਲਾ, ਇੱਛਾ ਵੀ ਪੂਰੀ ਹੋ ਜਾਣੀ ਹੈ। ਬਾਣੀ ਨੇ ਤੈਨੂੰ ਆਪਣੇ ਵੱਲ ਆਪਣੇ ਆਪ ਹੀ ਖਿੱਚ ਲੈਣਾ। ਉਹ ਫੁਰਨੇ ਤੇਰੇ ਬਾਅਦ ਵਿੱਚ ਹੌਲੀ ਹੌਲੀ ਆਪੇ ਮਿਟਦੇ ਨੇ, ਪਰ ਅਸੀਂ ਤਾਂ ਪਹਿਲਾਂ ਕੰਨੋਂ ਫੜ ਕੇ ਸਭ ਤੋਂ ਉੱਤੇ ਲੈ ਕੇ ਜਾਂਦੇ ਹਾਂ ਵੀ ਉੱਤੋਂ ਚੱਲ। ਨਹੀਂ ਗੁਰਮੁਖੋ, ਪੌੜੀ ਪੌੜੀ ਉੱਪਰ ਨੂੰ ਚੜ੍ਹਨਾ ਪਵੇਗਾ। ਪਹਿਲਾਂ ਤਾਂ ਫੁਰਨੇ ਆਉਣਗੇ, ਪਹਿਲਾਂ ਤਾਂ ਵਿਚਾਰਾਂ ਵੀ ਆਉਣਗੀਆਂ, ਪਹਿਲਾਂ ਤਾਂ ਲੋੜਾਂ ਵੀ ਬਣਨਗੀਆਂ, ਪਹਿਲਾਂ ਤਾਂ ਮੁਸ਼ਕਲਾਂ ਵੀ ਆਉਣਗੀਆਂ। ਬਸ ਤੂੰ ਨਾਮ ਜਪਦਾ ਚੱਲ, ਜੋ ਆਉਂਦਾ ਉਹਨੂੰ ਆਉਣ ਦੇ, ਪਰ ਤੂੰ ਨਾਮ ਜਪਣੋਂ ਨਾ ਹਟ। ਨਾਮ ਦੇ ਵਿੱਚ ਇੰਨੀ ਤਾਕਤ ਹੈ, ਫੁਰਨੇ ਵੀ ਆਪੇ ਮਿਟ ਜਾਣਗੇ, ਲੋੜਾਂ ਵੀ ਆਪੇ ਪੂਰੀਆਂ ਹੋ ਜਾਣਗੀਆਂ, ਮੁਸ਼ਕਲਾਂ ਵੀ ਆਪੇ ਹੀ ਹੱਲ ਹੋ ਜਾਣਗੀਆਂ। ਪਰ ਸਾਡਾ ਸਵਾਲ ਇਹ ਟੇਢਾ ਹੁੰਦਾ, ਕਈ ਵਾਰੀ ਅਸੀਂ ਇਹ ਸਵਾਲ ਕਰ ਦਿੰਦੇ, ਮੇਰੇ ਤੇ ਮਨ ਵਿੱਚ ਫੁਰਨੇ ਹੀ ਬੜੇ ਆਉਂਦੇ, ਮੇਰੇ ਤੇ ਮਨ ਵਿੱਚ ਇੱਛਾ ਹੀ ਬੜੀਆਂ, ਅਤੇ ਫਿਰ ਬਾਣੀ ਪੜ੍ਹਨ ਦਾ ਫਾਇਦਾ ਕੀ ਹੈ? ਤੂੰ ਇੱਛਾ ਆਉਣ ਦੇ ਜਿਹੜੀਆਂ ਆ ਰਹੀਆਂ ਨੇ, ਇੱਛਾ ਲਿਆਉਂਦਾ ਵੀ ਤਾਂ ਪਰਮਾਤਮਾ ਹੀ ਪਿਆ। ਫੁਰਨੇ ਬਣ ਲੈਣ ਦੇ ਜਿੰਨੇ ਬਣਦੇ ਪਏ, ਤੂੰ ਨਾਮ ਜਪੀ ਚੱਲ। ਇੱਕ ਦਿਨ ਤੂੰ ਐਡਾ ਵੱਡਾ ਪਹਿਲਵਾਨ ਬਣੇਗਾ। ਇਹ ਫੁਰਨੇ, ਇਹ ਇੱਛਾ ਤੈਨੂੰ ਢਾਹ ਨਹੀਂ ਸਕਣਗੇ, ਸਗੋਂ ਤੂੰ ਇਹਨਾਂ ਨੂੰ ਢਾਹ ਲਵੇਂਗਾ। ਮਹਾਰਾਜ ਕਹਿਣ ਲੱਗੇ ਧਿਆਏ ਸੋ ਪ੍ਰਭ ਸਦਾ ਆਪਣਾ। ਜਦੋਂ ਉਹਨੂੰ ਆਪਣਾ ਜਾਣ ਕੇ ਧਿਆਏਗਾ, ਮਨ ਚਿੰਦਿਆ ਫਲ ਪਾਈਐ, ਮਨ ਇੱਛਤ ਫਲ ਉਸ ਵੇਲੇ ਪ੍ਰਾਪਤ ਹੁੰਦੇ ਹਨ। ਤਜ ਮਾਨ ਮੋਹ ਵਿਕਾਰ ਦੂਜਾ, ਏਕ ਸਿਉ ਲਿਵ ਲਾਈਐ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਸਾਰਿਆਂ ਤੋਂ ਪਹਿਲਾਂ ਮਨ ਵਿੱਚੋਂ ਮਾਨ ਨੂੰ ਛੱਡ। ਤਜ ਮਾਨ, ਇਹ ਮਾਨ ਰੂਪੀ ਵਿਕਾਰ ਨੂੰ ਛੱਡ ਦੇ। ਦੂਜਾ ਮੋਹ ਰੂਪੀ ਜਿਹੜਾ ਵਿਕਾਰ ਹੈ ਇਹਨੂੰ ਵੀ ਛੱਡ ਦੇ। ਮਾਣ ਹੁੰਦਾ ਵੀ ਮੇਰੇ ਵਿੱਚ ਇਹ ਗੁਣ ਹੈ, ਮੇਰੇ ਵਿੱਚ ਇਹ ਤਾਕਤ ਹੈ, ਮੇਰੇ ਕੋਲ ਇਹ ਕੁਰਸੀ ਹੈ, ਮੇਰੇ ਕੋਲ ਇਹ ਪਦਵੀ ਹੈ, ਮੈਂ ਇਹ ਕਰ ਸਕਦਾ, ਇਹ ਮਾਣ ਹੈ। ਅਤੇ ਮੋਹ ਹੁੰਦਾ ਵੀ ਆ ਪੁੱਤਰ ਮੇਰਾ, ਪੋਤਰਾ ਮੇਰਾ, ਪੜੋਤਰਾ ਮੇਰਾ, ਦੋਤਰਾ ਮੇਰਾ, ਇਹਨਾਂ ਵੱਲ ਕੋਈ ਵੇਖੇ ਨਾ, ਇਹਨਾਂ ਨੂੰ ਦੁੱਖ ਨਾ ਮਿਲੇ, ਸੁੱਖ ਮਿਲੇ, ਉਹਨੂੰ ਮੋਹ ਆਖਿਆ ਜਾਂਦਾ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਮਾਣ ਨੂੰ ਛੱਡ, ਮਾਣ ਦੇ ਨਾਲ ਨਾਲ ਮੋਹ ਨੂੰ ਛੱਡ। ਤਜ ਮਾਨ ਮੋਹ ਵਿਕਾਰ ਦੂਜਾ, ਵਿਸ਼ੇ ਵਿਕਾਰ ਜਿਹੜੇ ਇਹਨਾਂ ਨੂੰ ਛੱਡ ਦੇਣਾ ਕਰ। ਏਕ ਸਿਉ ਲਿਵ ਲਾਈਐ। ਅਤੇ ਪਾਤਸ਼ਾਹ ਕਹਿਣ ਲੱਗੇ ਦੂਜਾ ਕਹੀਏ ਦਵੈਤ। ਦਵੈਤ ਤੋਂ ਭਾਵ ਲੈ ਲੈਣਾ ਈਰਖਾ। ਈਰਖਾ ਨੂੰ ਛੱਡ ਦੇ, ਕੇਵਲ ਇੱਕੋ ਇੱਕ ਪਰਮਾਤਮਾ ਦੇ ਨਾਲ ਲਿਵ ਲਾ, ਇੱਕ ਦੇ ਨਾਲ ਧਿਆਨ ਜੋੜ। ਈਰਖਾ ਛੱਡ ਕੇ, ਮਾਨ ਛੱਡ ਕੇ, ਮੋਹ ਛੱਡ ਕੇ, ਜਿਹੜਾ ਇੱਕ ਹੈ ਨਾ ਸਦਾ ਰਹਿਣ ਵਾਲਾ, ਜਿਹਨੂੰ ਆਖਿਆ ਇੱਕ ਓੰਕਾਰ, ਉਹਦੇ ਨਾਲ ਆਪਣਾ ਧਿਆਨ ਜੋੜ, ਉਹਦੇ ਨਾਲ ਆਪਣਾ ਧਿਆਨ ਲਾਉਣਾ ਕਰ। ਅਰਪ ਮਨ ਤਨ ਪ੍ਰਭੂ ਆਗੈ, ਆਪ ਸਗਲ ਮਿਟਾਈਐ। ਸਤਿਗੁਰੂ ਬਖਸ਼ਿਸ਼ ਕਰਦੇ, ਉਸ ਪ੍ਰਭੂ ਦੇ ਅੱਗੇ ਆਪਣਾ ਮਨ ਅਰਪਣ ਕਰਦੇ, ਆਪਣਾ ਤਨ ਅਰਪਣ ਕਰਦੇ। ਪਰਮਾਤਮਾ ਦੇ ਅੱਗੇ ਮਨ ਭੇਟਾ ਕਰ, ਪਰਮਾਤਮਾ ਦੇ ਅੱਗੇ ਆਪਣਾ ਸਰੀਰ ਭੇਟਾ ਕਰ।
ਤੇ ਆਪ ਸਗਲ ਮਟਾਈਐ। ਆਪ ਤੋਂ ਭਾਵ ਹੁੰਦਾ ਹੰਕਾਰ ਫਿਰ ਵੀ ਨਹੀਂ ਕਰਨਾ। ਜੇ ਤੂੰ ਮਨ ਦੇ ਦਿੱਤਾ ਨਾ, ਮਨ ਦੇ ਕੇ ਹੰਕਾਰ ਨਹੀਂ ਕਰਨਾ ਵੀ ਮੈਂ ਮਨ ਗੁਰੂ ਨੂੰ ਦੇ ਦਿੱਤਾ। ਜੇ ਤੂੰ ਤਨ ਗੁਰੂ ਨੂੰ ਦੇ ਦਿੱਤਾ ਤੇ ਤਨ ਦੇ ਕੇ ਵੀ ਹੰਕਾਰ ਨਹੀਂ ਕਰਨਾ। ਭਾਈ ਸੰਮਨ ਮੂਸਣ ਦੀ ਸਾਖੀ ਆਪਾਂ ਸਰਵਣ ਕਰਦੇ ਨੇ ਤੇ ਗੁਰੂ ਅਰਜਨ ਦੇਵ ਪਾਤਸ਼ਾਹ ਨੇ ਆਖਿਆ ਸੀ, ਸੰਮਨ ਜਿਉ ਇਸ ਪ੍ਰੇਮ ਕੀ ਦਮ ਕਿਉ ਹੁਤੀ ਸਾਟ, ਰਾਵਣ ਹੁੰਤੇ ਸੋ ਰੰਕ ਨ ਜਿਨ ਸਿਰ ਦੀਨੇ ਕਾਟ। ਪ੍ਰੇਮ ਨੂੰ ਦਮੜਿਆਂ ਨਾਲ ਨਹੀਂ ਤੋਲਿਆ ਜਾ ਸਕਦਾ। ਪ੍ਰੇਮ ਦੇ ਵਿੱਚ ਜੇ ਤੈਨੂੰ ਆਪਣਾ ਸੀਸ ਵੀ ਭੇਟਾ ਕਰਨਾ ਪਵੇ, ਸੀਸ ਭੇਟ ਕਰਨ ਤੋਂ ਮਗਰੋਂ ਵੀ ਤੇਰੇ ਮਨ ਵਿੱਚ ਮਾਨ ਨਾ ਆਵੇ ਕਿ ਮੈਂ ਕੀਤਾ ਹੈ। ਐਸੀ ਨਿਮਰਤਾ ਰਵੇ। ਤੇਰਾ ਤੁਝ ਕੋ ਸੌਂਪਤੇ ਕਿਆ ਲਾਗੈ ਮੇਰਾ, ਇਹ ਬੇਨਤੀ ਹੋਵੇ। ਮਹਾਰਾਜ ਕਹਿਣ ਲੱਗੇ, ਅਰਪ ਮਨ ਤਨ ਪ੍ਰਭੂ ਆਗੈ, ਆਪ ਸਗਲ ਮਟਾਈਏ। ਹੰਕਾਰ ਮਟਾ ਕੇ ਸਾਰਾ ਕੁਝ ਨੂੰ ਭੇਟ ਕਰਨਾ ਕਰ। ਬਿਨਵੰਤ ਨਾਨਕ ਧਾਰ ਕਿਰਪਾ, ਸਾਚ ਨਾਮ ਸਮਾਈਆ। ਗੁਰੂ ਨਾਨਕ ਦੇਵ ਪਾਤਸ਼ਾਹ ਬਖਸ਼ਿਸ਼ ਕਰਦੇ ਨੇ ਪੰਜਵੇਂ ਰੂਪ ਦੇ ਵਿੱਚ। ਗੁਰੂ ਅਰਜਨ ਦੇਵ ਪਾਤਸ਼ਾਹ ਸਤਿਗੁਰੂ ਪਾਤਸ਼ਾਹ ਕਹਿਣ ਲੱਗੇ, ਧਾਰ ਕਿਰਪਾ, ਪਰਮਾਤਮਾ ਸਾਡੇ ਤੇ ਕਿਰਪਾ ਕਰ। ਸੱਚ ਨਾਮ ਸਮਾਈਐ, ਸੱਚੇ ਨਾਮ ਨੂੰ ਜਪ ਕੇ ਅਸੀਂ ਉਸ ਨਾਮੀ ਵਿੱਚ ਸਮਾ ਜਾਈਏ। ਨਾਮੀ ਜੋ ਪਰਮਾਤਮਾ ਉਹਦੇ ਵਿੱਚ ਲੀਨ ਹੋ ਜਾਈਏ। ਇਹ ਸਾਡੇ ਤੇ ਕਿਰਪਾ ਕਰੋ। ਸੋ ਗੁਰਮੁਖੋ, ਇਹ ਕਥਾ ਵਿਚਾਰ ਜਿਹੜੀ ਹੈ 704 ਅੰਗ ਦੇ ਉੱਪਰ ਆਪਾਂ ਸਰਵਣ ਕਰ ਰਹੇ ਹਾਂ। 705 ਅੰਗ ਦੇ ਉੱਪਰ ਮੱਧ ਦੀ ਅਰਦਾਸ ਇਸ ਕਥਾ ਦੀ ਹੋਵੇਗੀ, ਜਿਹੜੀ ਆਪਾਂ ਅੰਮ੍ਰਿਤ ਵੇਲੇ ਪਿਛਲੇ 4-5 ਸਾਲ ਤੋਂ ਸਰਵਣ ਕਰ ਰਹੇ ਹਾਂ। ਮੱਧ ਦੀ ਅਰਦਾਸ 12 ਤਰੀਕ ਨੂੰ ਸਵੇਰ ਦੇ ਦੀਵਾਨ ਦੇ ਵਿੱਚ ਹੋਵੇਗੀ। ਆਪ ਸੰਗਤਾਂ ਵਾਸਤੇ ਪਕਵਾਨ ਭੋਜਨ ਵੀ ਤਿਆਰ ਹੋਣਗੇ। ਬੇਨਤੀ ਹੈ ਕਿ ਸੰਗਤਾਂ ਨੇ ਵੱਧ ਤੋਂ ਵੱਧ ਸੇਵਾ ਕਰਕੇ ਹਾਜ਼ਰੀ ਭਰ ਕੇ ਲਾਹੇ ਪ੍ਰਾਪਤ ਕਰਨੇ। ਭੁੱਲਾਂ ਦੀ ਮੁਆਫੀ ਦਿਓ ਸੱਜਣ ਅਸੀਸੜੀਆਂ, ਜੋ ਹੋਵੇ ਸਾਹਿਬ ਸਿਓ ਮੇਲ। ਅਰਪ ਮਨ ਤਨ ਪ੍ਰਭੂ ਆਗੈ, ਆਪ ਸਗਲ ਮਿਟਾਈਆ। ਬਿਨਵੰਤ ਨਾਨਕ ਧਾਰ ਕਿਰਪਾ, ਸਾਚ ਨਾਮ ਸਮਾਈਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।